ਵਿੱਚ ਬਾਣੀ ਅੰਮ੍ਰਿਤ ਸਾਰੀ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਆਵੋ ਸਿੱਖ ਸਤਿ ਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ। ਹਿਰਦੇ ਤਿਨਾ ਸਮਾਣੀ, ਪੀਵਾ ਅੰਮ੍ਰਿਤ ਸਦਾ ਰਹੋ ਹਰ ਰੰਗ। ਜਪਿਓ ਸਾਰਿੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹੋ ਸੱਚੀ ਬਾਣੀ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗੈਰਨ ਚੜ੍ਹ ਜਾਏ। ਅੰਧ ਲਖੈ ਬਦਰੂ ਸੁਣੈ, ਜਾਉ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤੁਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੁ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੁ ਤੁਮ ਕਥਾ ਸੁਧਾਰੀ। ਜੈਤ ਸਰੀ ਮਹੱਲਾ ਪੰਜਵਾਂ ਘਰ ਤੀਜਾ। ਇਕ ਓੰਕਾਰ ਸਤਿਗੁਰ ਪ੍ਰਸਾਦਿ, ਕੋਈ ਜਾਣੈ ਕਵਣ ਇਹਾ ਜਗ ਮੀਤ। ਜਿਸ ਹੋਈ ਕਿਰਪਾਲ ਸੋਈ ਬਿਦ ਬੂਝੈ, ਤਾਕੀ ਨਿਰਮਲ ਰੀਤ। ਰਹਾਉ ਮਾਤ ਪਿਤਾ ਬਨਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ। ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤਹ ਕੋ ਨਾ ਸਹਾਈ। ਮੁਕਤ ਮਾਲ ਕਨਕ ਲਾਲ ਹੀਰਾ, ਮਨਰੰਜਨ ਕੀ ਮਾਇਆ। ਹਾ ਹਾ ਕਰਤ ਬਿਹਾਨੀ ਅਵਦੈ, ਤਾ ਮੈਂ ਸੰਤੋਖ ਨ ਪਾਇਆ। ਹਸਤ ਰਥ ਅਸਵ ਪਵਨ ਤੇਜ ਧਣੀ, ਭੂਮਨ ਚਤੁਰੰਗਾ। ਸੰਗ ਨ ਚਾਲਿਓ ਇਨ ਮਹਿ ਕਛੁਐ, ਊਠ ਸਿਧਾਇਓ ਨਾਂਗਾ। ਹਰ ਕੇ ਸੰਤ ਪ੍ਰਿਯ ਪ੍ਰੀਤਮ ਪ੍ਰਭ ਕੇ, ਤਾਂ ਕੈ ਹਰ ਹਰ ਗਾਈਐ। ਨਾਨਕ ਈਹਾਂ ਸੁਖ ਆਗੈ ਮੁਖ ਉਜਲ, ਸੰਗ ਸੰਤਨ ਕਹਿ ਪਾਈਐ। ਹਰ ਕੇ ਸੰਤ ਪ੍ਰਿਯ ਪ੍ਰੀਤਮ ਪ੍ਰਭ ਕੇ, ਤਾਂ ਕੈ ਹਰ ਹਰ ਗਾਈਐ। ਨਾਨਕ
ਈਹਾਂ ਸੁਖ ਆਗੈ ਮੁਖ ਉਜਲ, ਸੰਗ ਸੰਤਨ ਕੈ ਪਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ, ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ। ਚੱਲ ਰਹੀ ਲੜੀਵਾਰ ਕਥਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਣ ਕਰਨ ਲਈ ਆਪਾਂ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੇ ਹਾਂ। ਇਹ ਪਾਵਨ ਸ਼ਬਦ ਜੈਤ ਸਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੈ। ਮਹੱਲਾ ਪੰਜਵਾਂ। ਘਰ ਤੀਜਾ, ਤੀਸਰੇ ਘਰ ਵਿੱਚ ਗਾਇਨ ਕਰਨ ਦਾ ਹੁਕਮ ਹੈ। ਪਹਿਲੋਂ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦਾ ਮੰਗਲ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਰੱਬ ਇੱਕ ਹੈ, ਇੱਕੋ ਹੀ ਹੈ ਜਿਹੜਾ ਸਭਨਾਂ ਨੂੰ ਪੈਦਾ ਕਰ ਰਿਹਾ ਹੈ, ਜ਼ਿੰਦਗੀ ਦੇ ਰਿਹਾ ਹੈ, ਰੋਜ਼ੀ ਰੋਟੀ ਦੇ ਰਿਹਾ ਹੈ, ਸਾਡੇ ਦੁੱਖ ਸੁੱਖ ਸੁਣਦਾ। ਮੇਰਾ ਦੁੱਖ ਸੁੱਖ ਤੁਝ ਹੀ ਪਾਸ, ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੂੰ ਬੇਨੰਤੀ। ਦੁੱਖ ਸੁੱਖ ਉਹੀ ਸੁਣਦਾ ਹੈ ਤੇ ਖਤਮ ਵੀ ਉਹੀਓ ਕਰਦਾ ਹੈ। ਉਹਦੇ ਹੁਕਮ ਦੇ ਨਾਲ ਹੀ ਇੱਥੋਂ ਜੀਵ ਤੁਰਦੇ ਜਾ ਰਹੇ ਨੇ। ਜਨਮ ਉਸ ਦੇ ਹੁਕਮ ਦੇ ਵਿੱਚ ਹੈ, ਮੌਤ ਉਸ ਦੇ ਹੁਕਮ ਦੇ ਵਿੱਚ। ਇੰਝ ਨਹੀਂ ਕਿ ਇਕੱਲਾ ਜੰਮਣਾ ਤੇ ਮਰਨਾ ਹੀ ਉਸ ਦੇ ਹੁਕਮ ਦੇ ਵਿੱਚ ਹੈ। ਮਹਾਰਾਜ ਕਹਿੰਦੇ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ। ਜਿਤਨੀ ਸਮੱਗਰੀ ਹੈ ਸਾਰਾ ਕੁਝ ਤੇਰੇ ਹੁਕਮ ਦੇ ਵਿੱਚ ਹੈ। ਤੁਮ ਤੇ ਹੋਏ ਸੋ ਆਗਿਆਕਾਰੀ। ਇਸ ਗੱਲ ਨੂੰ ਜਿਹੜਾ ਸਮਝ ਗਿਆ, ਮਹਾਰਾਜ ਕਹਿੰਦੇ ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਹੁਕਮ ਦੀ ਗੱਲ ਜਿਸ ਦੇ ਸਮਝ ਵਿੱਚ ਆ ਜਾਂਦੀ ਹੈ, ਸਮਝ ਲਓ ਉਸ ਨੂੰ ਰੱਬ ਦੀ ਸੋਝੀ ਪੈ ਜਾਂਦੀ ਹੈ। ਜਦੋਂ ਅਕਾਲ ਪੁਰਖ ਖੇਡ ਖੇਡਦਾ, ਉਹ ਫਿਰ ਸਿਰੇ ਸਿਰ ਧੰਦੇ ਲਾਇਆ। ਉਹ ਹਰੇਕ ਦੇ ਦਿਮਾਗ ਦੇ ਵਿੱਚ ਖਿਆਲ ਪੈਦਾ ਕਰਦਾ, ਸੋਚ ਪੈਦਾ ਕਰਦਾ ਹੈ। ਅਤੇ ਬੰਦਾ ਸੋਚਦਾ ਮੈਂ ਸੋਚਿਆ, ਮੈਂ ਕਰਦਾ। ਨਹੀਂ, ਉਹ ਪ੍ਰੇਰਕ ਹੈ। ਜਦੋਂ ਉਸਨੇ ਖੇਡ ਖੇਡਣੀ, ਉਹ ਸੋਚ ਪੈਦਾ ਕਰ ਦਿੰਦਾ ਹੈ। ਉਸ ਸੋਚ ਅਨੁਸਾਰ ਇਹ ਸਾਰੇ ਜੀਅ ਜੰਤ ਕੰਮ ਕਰਦੇ ਪਏ ਨੇ। ਮਹਾਰਾਜ ਕਹਿੰਦੇ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਸੋ ਸਾਨੂੰ ਸਾਰਿਆਂ ਨੂੰ ਇਸ ਸੰਸਾਰ ਦੇ ਵਿੱਚ ਉਹ ਖਿਡਾਉਂਦਾ ਹੈ। ਖੇਡ ਖਿਡਾਵੇ ਨਾਲ ਲਾਡ ਲੜਾਵੇ, ਲਾਡ ਵੀ ਲੜਾਉਂਦਾ ਹੈ। ਐਸਾ ਹੈ, ਉਹ ਹੈ ਇੱਕੋ ਹੀ ਹੈ, ਇੱਕੋ ਹੀ ਹੈ। ਅਤੇ ਉਹ ਪ੍ਰਕਾਸ਼ਕ ਹੈ, ਪ੍ਰਕਾਸ਼ ਹੈ, ਚਾਨਣ ਹੈ। ਆਹ ਜਿਹੜੀ ਜੋਤ ਹੈ ਨਾ ਸਾਰਿਆਂ ਦੇ ਵਿੱਚ, ਜੋ ਸਾਰਿਆਂ ਨੂੰ ਸੋਝੀ ਮਿਲੀ ਹੈ, ਜੋਤ ਅੱਡ ਅੱਡ ਤਰੀਕੇ ਨਾਲ ਕੰਮ ਕਰਦੀ। ਜਿੱਦਾਂ ਤਾਕਤ ਹੈ, ਐਨਰਜੀ ਹੈ। ਸੋ ਉਹ ਮਨੁੱਖ ਨੇ ਵੀ ਜਿਹੜੇ ਸਾਧਨ ਬਣਾਏ ਹੋਏ ਨੇ, ਜਿਹੜੀ ਤਾਕਤ ਐਨਰਜੀ ਹੈ, ਅੱਡ ਅੱਡ ਤਰੀਕਿਆਂ ਦੇ ਨਾਲ ਕੰਮ ਕਰਦੀ ਹੈ। ਸੋ ਕਿਤੇ ਤਾਕਤ ਦੇ ਨਾਲ ਰਾਕਟ ਆਸਮਾਨ ਦੇ ਵਿੱਚ ਉੱਡਦੇ ਨੇ, ਕਿਤੇ ਤਾਕਤ ਦੇ ਨਾਲ ਗੱਡੀਆਂ ਮੋਟਰਾਂ ਸੜਕ 'ਤੇ ਦੌੜਦੀਆਂ ਪਈਆਂ। ਉਹ ਸਾਰੀ ਐਨਰਜੀ ਇੱਕੋ ਹੀ ਹੈ, ਉਹ ਅੱਡ ਅੱਡ ਤਰੀਕੇ ਦੇ ਨਾਲ ਕੰਮ ਕਰਦੀ ਪਈ ਹੈ। ਇਸੇ ਤਰ੍ਹਾਂ ਜੋਤ ਉਹਦੀ ਇੱਕੋ ਹੀ ਹੈ। ਕਿਤੇ ਦੇਖਣ ਵਿੱਚ ਜੋ ਸ਼ਕਤੀ ਲੱਗਦੀ ਉਹਦੀ ਜੋਤ ਹੈ, ਜੋ ਸੋਚਦਾ ਹੈ ਅਕਲ ਦੇ ਨਾਲ ਉਹਦੀ ਜੋਤ ਹੈ, ਜੋ ਬੋਲਣਾ ਉਹਦੀ ਜੋਤ ਹੈ, ਜੋ ਸੁਣਨਾ ਉਹਦੀ ਜੋਤ ਹੈ।
ਹੱਥਾਂ ਦੇ ਨਾਲ ਕੰਮ ਕਰਦਾ, ਪੈਰਾਂ ਦੇ ਨਾਲ ਚੱਲ ਕੇ ਜਾਂਦਾ, ਉਹਦੀ ਜੋਤ। ਸ਼ਕਤੀ ਇੱਕੋ ਹੀ ਹੈ। ਅਤੇ ਇਹ ਫੰਕਸ਼ਨ ਵੱਖ ਵੱਖ ਨੇ। ਅੱਖਾਂ ਦਾ ਆਪਣਾ ਕੰਮ ਹੈ, ਕੰਨਾਂ ਦਾ ਆਪਣਾ ਕੰਮ ਹੈ, ਹੱਥਾਂ ਦਾ ਆਪਣਾ ਕੰਮ ਹੈ, ਜੀਭਾ ਦਾ ਆਪਣਾ ਕੰਮ ਹੈ, 5 ਕਰਮ ਇੰਦਰੀ, 5 ਗਿਆਨ ਇੰਦਰੀ। ਜੋਤ ਇੱਕੋ ਹੀ ਵਰਤਦੀ ਪਈ ਹੈ। ਕਾਰ ਉਹ ਇੱਕ ਰਸ ਹੈ, ਉਸ ਦਾ ਹੁਕਮ ਹੈ, ਇੱਕੋ ਹੀ ਹੁਕਮ ਹੈ, ਔਰ ਸਭਨਾਂ ਦੇ ਉੱਤੇ ਹੈ। ਇਹ ਨਹੀਂ ਕਿਸੇ ਲਈ ਹੋਰ, ਕਿਸੇ ਲਈ ਹੋਰ। ਹਾਂ, ਬੰਦੇ ਦੇ ਆਪੋ ਆਪਣੇ ਕੰਮ ਹੈ, ਕਰਮ ਹੈ। ਜੇ ਅਸੀਂ ਭਿੰਨਤਾ ਵੇਖਦੇ ਹਾਂ ਨਾ, ਕੋਈ ਰਾਜਾ, ਕੋਈ ਗਰੀਬ ਹੈ ਹਾਂਜੀ, ਕੋਈ ਵਿਦਵਾਨ ਹੈ, ਕੋਈ ਮੂਰਖ ਹੈ, ਕਿਸੇ ਦੇ ਕੋਲ ਬਹੁਤਾ, ਕਿਸੇ ਦੇ ਕੋਲ ਥੋੜ੍ਹਾ, ਅਤੇ ਥੋੜ੍ਹਾ ਵੀ ਨਹੀਂ ਰਹਿੰਦਾ। ਜਿਨ੍ਹਾਂ ਕੋਲ ਬਹੁਤਾ ਉਹਨਾਂ ਕੋਲ ਹੋਰ ਆ ਜਾਂਦਾ। ਹੁਕਮ ਉਹਦਾ ਇੱਕੋ ਹੀ ਹੈ, ਪਰ ਕਰਮਾਂ ਅਨੁਸਾਰ ਇਹ ਭਿੰਨਤਾ ਆ। ਹਰ ਇੱਕ ਜੀਵ ਦੇ ਆਪੋ ਆਪਣੇ ਕਰਮ ਨੇ। ਇਹ ਭਿੰਨਤਾ ਕਰਮਾਂ ਕਰਕੇ ਹੈ। ਸੋ ਰੱਬ ਨੇ ਨਹੀਂ ਭਿੰਨਤਾ ਪਾਈ। ਰੱਬ ਨੇ ਇੱਕੋ ਹੀ ਹੁਕਮ ਦਿੱਤਾ ਹੈ। ਸਾਰਾ ਨਿਆਂ ਕਰ ਦਿੱਤਾ ਹੈ। ਉਹ ਸੱਤ ਹੈ। ਸੱਤ ਦਾ ਅਰਥ ਹੁੰਦਾ ਆ ਜੋ ਹਮੇਸ਼ਾ ਰਹਿੰਦਾ ਹੈ, ਜਿਸ ਦਾ ਕਾਲ ਨਹੀਂ ਹੈ, ਕਾਲ ਤੋਂ ਰਹਿਤ ਹੈ, ਕਾਲ ਦੀ ਮਾਰ ਤੋਂ ਰਹਿਤ, ਕਾਲ ਦੀ ਪਕੜ ਤੋਂ ਰਹਿਤ ਹੈ, ਜਿਸ ਦਾ ਨਾ ਕੋਈ ਜਨਮ ਹੈ, ਨਾ ਕੋਈ ਮੌਤ ਹੈ, ਉਹਨੂੰ ਸੱਤ ਕਿਹਾ ਜਾਂਦਾ ਹੈ। ਅਤੇ ਉਹਦੀ ਜਿਹੜੀ ਪ੍ਰਾਪਤੀ ਹੈ ਉਹ ਹੈ ਗੁਰੂ ਦੇ ਗਿਆਨ ਦੁਆਰਾ। ਗੁਰਪ੍ਰਸਾਦ ਗਿਆਨ ਦੇ ਨਾਲ ਹੀ ਸੱਤ ਦੀ ਪ੍ਰਾਪਤੀ ਹੈ। ਸੱਤ ਦੀ ਪ੍ਰਾਪਤੀ ਕੀ ਹੈ? ਇਹ ਜੀਵ ਆਪ ਹੀ ਸੱਤ ਬਣ ਜਾਂਦਾ। ਇਹ ਸੱਤ ਦੀ ਪ੍ਰਾਪਤੀ ਹੈ। ਪਹੁੰਚ ਗਿਆ, ਇਹ ਸੱਤ ਰੂਪ ਹੋ ਗਿਆ। ਮਹਾਰਾਜ ਕਹਿੰਦੇ ਨੇਚਲ ਸੱਚ ਖੁਦਾਏ, ਏਕ ਖੁਦਾਏ ਬੰਦਾ ਅਵਿਨਾਸ਼ੀ। ਇਹ ਸੱਤ ਬਣ ਜਾਂਦਾ, ਇਹ ਸੱਚ ਰੂਪ ਹੋ ਜਾਂਦਾ ਹੈ। ਪਹਿਲੋਂ ਸੱਚ ਨਹੀਂ, ਪਹਿਲੋਂ ਮੈਲ ਆਇਆ। ਮਨ ਹੈ। ਜਦੋਂ ਮਨ ਚਿੱਤ ਹੋ ਗਿਆ, ਮਨ ਚਿੱਤ ਇੱਕ ਹੋ ਗਏ, ਮਨ ਦੀ ਮੈਂ ਮਰ ਗਈ, ਚਿੱਤ ਦੀ ਹਉ ਮਰ ਗਈ। ਹਉ ਮੈਂ ਵਿੱਚੋਂ ਖੂਬ ਹੈ। ਆਖਰਕਾਰ ਸੋ ਜਿੰਨਾ ਚਿਕਰ ਇੱਕ ਨਹੀਂ ਹੁੰਦਾ, ਉਹਨਾਂ ਚਿਕਰ ਦੋਨਾਂ 'ਚੋਂ ਮੈਲ ਨਹੀਂ ਨਿਕਲਦੀ ਹੈ। ਨਹੀਂ ਤਾਂ ਹੰਸ ਦਾ ਆਉਣਾ ਜਾਣਾ ਹੀ ਬਣਿਆ ਰਹਿੰਦਾ। ਅੱਗੇ ਹੰਸ ਇਕੱਲਾ, ਅੱਗੇ ਇਕੱਲਾ ਹੀ ਜਾਂਦਾ। ਅਗਰ ਇਹ ਹਉ ਮੈਂ ਮਰ ਗਈ, ਚਿੱਤ ਦੀ ਹਉ ਮਰ ਗਈ, ਮਨ ਦੀ ਮੈਂ ਮਰ ਗਈ, ਅਤੇ ਫਿਰ ਇਹ ਸੰਪੂਰਨ ਹੋ ਜਾਂਦਾ, ਪੂਰਨ ਹੋ ਜਾਂਦਾ। ਬੜੇ ਮਾਣ ਸਤਿਕਾਰ ਦੇ ਨਾਲ ਦਰਗਾਹ ਨੂੰ ਜਾਂਦਾ। ਕੋਈ ਲੇਖਾ ਨਹੀਂ ਇਸ ਦਾ ਹੁੰਦਾ ਹੈ। ਪਰ ਇਹ ਗੁਰਬਾਣੀ ਦੇ ਗਿਆਨ ਦੇ ਨਾਲ ਹੀ ਸਾਰੀ ਖੇਡ ਵਰਤਦੀ ਹੈ। ਸੱਤ ਤਿੱਕਰ ਗਿਆਨ ਦੇ ਨਾਲ ਪਹੁੰਚਿਆ ਜਾ ਸਕਦਾ ਹੈ। ਉਹ ਵੀ ਜਿਹੜਾ ਸੱਤ ਦਾ ਗਿਆਨ ਹੈ, ਗੁਰੂ ਦਾ ਗਿਆਨ ਹੈ, ਸੰਸਾਰਕ ਗਿਆਨ ਦੇ ਨਾਲ ਨਹੀਂ। ਸੰਸਾਰਕ ਗਿਆਨ ਦੇ ਨਾਲ ਤਾਂ ਹੋਰ ਅਗਿਆਨਤਾ ਇਹਦੇ ਵਿੱਚ ਧੱਸਦਾ ਜਾਂਦਾ ਹੈ, ਪਰ ਰੱਬੀ ਗਿਆਨ ਦੇ ਨਾਲ, ਗੁਰੂ ਦੇ ਗਿਆਨ ਦੇ ਨਾਲ ਉਹਦੇ 'ਤੇ ਪਹੁੰਚਦਾ ਹੈ। ਕੋਈ ਜਾਨ ਕਵਨ ਇਹਾਂ ਜਗ ਮੀਤ। ਇਸ ਸੰਸਾਰ ਦੇ ਵਿੱਚ ਮਿੱਤਰ ਕੋਈ ਨਹੀਂ ਹੈ ਕਿਸੇ ਦਾ ਵੀ। ਇਹ ਜਗ ਮੀਤ ਨਾ ਦੇਖਿਓ ਕੋਈ। ਲਵੇ ਤਾਂ ਮੇਰਾ ਬੜਾ ਮਿੱਤਰ ਹੈ, ਮੇਰੇ ਨਾਲ ਬੜਾ ਪਿਆਰ ਹੈ, ਮੇਰੇ ਤੋਂ ਬਿਨਾਂ ਰਹਿ ਨਹੀਂ ਸਕਦਾ, ਹਰ ਇੱਕ ਗੱਲ ਮੇਰੇ ਨਾਲ ਸਾਂਝੀ ਕਰਦਾ, ਇਕੱਠਿਆਂ ਦਾ ਖਾਣਾ ਪੀਣਾ, ਇਕੱਠਿਆਂ ਦਾ ਕਾਰੋਬਾਰ ਹੈ। ਪਰ ਨਹੀਂ, ਇਹ ਮਿੱਤਰਤਾ ਹੀ ਨਹੀਂ ਹੁੰਦੀ। ਇਹ ਤਾਂ ਬਸ ਲੈਣ ਦੇਣ ਦਾ ਸੰਬੰਧ, ਖਾਣ ਪੀਣ ਦਾ ਸੁੱਖ ਹੈ, ਲੋੜ ਹੈ। ਇੱਕ ਦੂਜੇ ਨੂੰ ਲੋੜ ਹੈ, ਉਹਨੂੰ ਮਿੱਤਰਤਾ ਕਿਹਾ ਜਾਂਦਾ। ਇੱਕ ਦੂਜੇ ਦੀ ਲੋੜ ਹੈ, ਉਹਦੀ ਲੋੜ ਪੂਰੀ ਕਰਦਾ ਪਿਆ, ਉਹਦੀ ਲੋੜ ਪੂਰੀ ਕਰਦਾ ਪਿਆ। ਔਰ ਜਿਸ ਦਿਨ ਜਿਹਨੂੰ ਤੁਸੀਂ ਮਿੱਤਰ ਬੜਾ ਸਮਝਦੇ ਹੋ, ਉਹਦਾ ਆਖਾ ਨਾ ਮੰਨੋ, ਉਹਦੀ ਲੋੜ ਨਾ ਪੂਰੀ ਕਰੋ, ਇੱਕਦਮ ਸ਼ਤਰੂ ਬਣ ਜਾਂਦਾ। ਮਿੱਤਰ ਹੀ ਤਾਂ ਸ਼ਤਰੂ ਬਣਦਾ। ਭਰਾ ਸ਼ਤਰੂ ਬਣ ਜਾਂਦੇ ਨੇ, ਅਤੇ ਮਿੱਤਰ ਕਿਉਂ ਨਹੀਂ ਸ਼ਤਰੂ ਬਣਦੇ? ਪੁੱਤਰ ਪਿਓ ਦਾ ਵੈਰ ਪੈਦਾ ਹੋ ਜਾਂਦਾ। ਇਤਿਹਾਸ ਗਵਾਹ ਆ ਭਾਈ। ਇਸੇ ਕਰਕੇ ਮਹਾਰਾਜ ਕਹਿੰਦੇ ਇਹ ਜਗ ਮੀਤ ਨਾ ਦੇਖਿਓ ਕੋਈ, ਆਪਣੇ ਸੁੱਖ ਸਿਉ ਹੀ ਜਗ ਫਾਂਦਿਓ। ਕਹਿੰਦੇ ਆਪੋ ਆਪਣੇ ਸੁੱਖਾਂ ਵਿੱਚ ਹੀ ਫਸੇ ਹੋਏ ਹੈ। ਜੇ ਕੋਈ ਮਿੱਤਰ ਕਿਸੇ ਦਾ ਮਿੱਤਰ ਕੋਈ ਨਹੀਂ ਕੋਈ। ਪਰ ਕੌਣ ਜਾਣਦਾ? ਕਹਿੰਦੇ ਕੋਈ ਜਾਣਦਾ। ਕੋਈ ਜਾਣੈ ਕਵਨ ਇਹਾਂ ਜਗ ਮੀਤ। ਕੋਈ ਇਸ ਬਾਤ ਨੂੰ ਸਮਝ ਸਕਦਾ ਵੀ ਸਾਡਾ ਅਸਲ ਮਿੱਤਰ ਕੌਣ ਹੈ। ਅਸਲ ਮਿੱਤਰ ਹੁੰਦਾ ਵੀ ਜਿੱਥੇ ਮੁਸੀਬਤ ਆ ਜਾਵੇ ਨਾ, ਉੱਥੇ ਖੜ੍ਹੇ ਰਹਿੰਦੇ ਆ। ਮਿੱਤਰ ਖੜ੍ਹਦਾ ਆ ਜਿੱਥੇ ਮੁਸੀਬਤ ਆਵੇ। ਔਰ ਮਿੱਤਰ ਕਿੱਦਾਂ ਮਿੱਤਰਤਾ ਹੀ ਨਿਭਾਈ ਦੀ ਕਿੱਦਾਂ ਆ, ਇਹ ਗੁਰੂ ਜਾਣਦਾ। ਗੁਰੂ ਨੇ ਕਿੱਥੇ ਨਹੀਂ ਸਿੱਖ ਦਾ ਸਾਥ ਦਿੱਤਾ।
ਜੇ ਆਪਾਂ ਖਿਆਲ ਕਰੀਏ ਕਿਹੜੀ ਜਗ੍ਹਾ ਗੁਰੂ ਸਿੱਖ ਦਾ ਸਾਥ ਨਹੀਂ ਨਿਭਾਉਂਦਾ, ਜਿੱਥੇ ਜਿੱਥੇ ਵੀ ਸਿੱਖ ਨੇ ਗੁਰੂ ਨੂੰ ਯਾਦ ਕੀਤਾ। ਸੋ ਮਹਾਰਾਜ ਕਹਿੰਦੇ ਜਹ ਜਹ ਕਾਜ ਕਿਰਤ ਸੇਵ ਕੀ ਤਹਾਂ ਤਹਾਂ ਉੱਠ ਧਾਵੈ। ਇੱਦਾਂ ਦੁਨਿਆਵੀ ਮਿੱਤਰ ਨਹੀਂ ਕੋਈ ਕਰ ਸਕਦਾ। ਫਿਰ ਫੋਨ ਕਰਤਾ ਆਈ ਜਰਾ, ਅਗਲਾ ਮੋਰੀ 36 ਬਹਾਨੇ ਪਾਉਂਦਾ, ਪਰ ਗੁਰੂ ਉਸੇ ਵਕਤ ਹਾਜ਼ਰ ਹੁੰਦਾ ਜੀ। ਇਹ ਗੱਲ ਨੂੰ ਸਮਝੋ। ਸੱਚੇ ਪਾਤਸ਼ਾਹ ਕਹਿੰਦੇ ਪਰ ਕੋਈ ਕੋਈ ਜਾਣਦਾ, ਸਾਰੇ ਨਹੀਂ ਜਾਣਦੇ ਵੀ ਇਸ ਜਗਤ ਦੇ ਵਿੱਚ ਅਸਲ ਮਿੱਤਰ ਕੌਣ ਹੈ। ਗੁਰੂ ਤਾਂ ਐਸਾ ਮਿੱਤਰ ਹੈ, ਇੱਥੇ ਵੀ ਸਾਨੂੰ ਮੁਸੀਬਤਾਂ 'ਚੋਂ ਬਾਹਰ ਕੱਢਦਾ, ਅਤੇ ਜਿੱਥੇ ਲੇਖਾ ਹੋਣਾ ਉੱਥੇ ਵੀ ਖੜ੍ਹਦਾ, ਉੱਥੇ ਲੇਖਾ ਹੀ ਨਹੀਂ ਹੋਣ ਦਿੰਦਾ। ਕਿੱਡੀ ਪਾਵਰ ਹੈ। ਧਰਮ ਰਾਜੇ ਨੂੰ ਹੁਕਮ ਕਰਨੇ ਵਾਲਾ ਗੁਰੂ ਹੀ ਹੈ, ਬਾਕੀ ਸਭ ਕੰਬਦੇ ਨੇ ਧਰਮ ਰਾਜੇ ਕੋਲੋਂ। ਕਿੱਡੀ ਵੱਡੀ ਗੱਲ ਵੀ ਆਹ ਕੇਸ ਬਣਦਾ, ਧਰਮ ਰਾਜੇ ਨੂੰ ਗੁਰੂ ਕਹਿੰਦਾ ਇਹਦਾ ਜਿਹੜਾ ਕੇਸ ਬਣਿਆ ਪਾੜ ਦੇ, ਇਹਦਾ ਕੇਸ ਬਣਿਆ ਪਾੜ ਦੇ। ਅਤੇ ਧਰਮ ਰਾਜਾ ਇੱਕ ਸੈਕਿੰਡ ਨਹੀਂ ਲਾਉਂਦਾ, ਉਸੇ ਵਕਤ ਉਹਦਾ ਕੇਸ ਪਾੜ ਦਿੰਦਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝ ਆਵੇ। ਫਿਰ ਭਾਈ ਗੁਰੂ ਨੂੰ ਮਿੱਤਰ ਬਣਾਈਏ, ਅਤੇ ਗੁਰੂ ਜਦੋਂ ਮਿੱਤਰ ਬਣਾਉਣਾ ਸ਼ਰਤਾਂ ਵੀ ਜ਼ਿਆਦਾ ਨਹੀਂ ਹੈ। ਦੇਖੋ ਗੁਰੂ ਨੇ ਤੈਨੂੰ ਦੇਣਾ ਹੀ ਦੇਣਾ, ਤੇਰੇ ਕੋਲ ਲੈਣਾ ਕੁਝ ਨਹੀਂ ਹੈ। ਦੁਨਿਆਵੀ ਮਿੱਤਰ ਲੈਣੇ ਵਾਲੇ ਹੁੰਦੇ ਨੇ, ਦੇਣੇ ਵਾਲੇ ਨਹੀਂ ਹੁੰਦੇ। ਗੁਰੂ ਐਸਾ ਮਿੱਤਰ ਹੈ, ਦੇਣੇ ਵਾਲਾ ਹੀ ਹੈ, ਲੈਣੇ ਵਾਲਾ ਕੁਝ ਨਹੀਂ ਹੈ। ਜੇ ਸਾਡੇ ਕੋਲ ਕੁਝ ਹੋਵੇ ਤਾਂ ਤੈਨੂੰ ਗੁਰੂ ਨੂੰ ਦੇਈਏ। ਜੋ ਮੈਂ ਆਪਣਾ ਸਮਝ ਕੇ ਬੈਠਾ ਇਹ ਤਾਂ ਮੇਰਾ ਹੈ ਹੀ ਨਹੀਂ। ਜੋ ਗੁਰੂ ਸਾਨੂੰ ਵਾਰ ਵਾਰ ਕਹਿੰਦਾ ਉਹ ਤਨ ਮਨ ਧਨ ਸਭ ਸੌਂਪ ਗੁਰ ਕੋ। ਗੁਰੂ ਨੇ ਗੱਲ ਕਹਿਣੀ ਪਈ ਵੀ ਦੇ ਦੇ ਮੈਨੂੰ, ਦੇ ਦੇ ਤਨ ਮਨ ਧਨ, ਜੇ ਮਿੱਤਰਤਾ ਨਿਭਾਉਣੀ ਹੈ। ਅਤੇ ਨਾਲ ਹੀ ਗੁਰੂ ਕਹਿੰਦਾ ਵੀ ਤੇਰਾ ਕੁਝ ਨਹੀਂ ਹੈ, ਨਾ ਤਨ ਤੇਰਾ, ਨਾ ਮਨ ਤੇਰਾ, ਨਾ ਧਨ ਤੇਰਾ। ਹੈਂ ਉੱਥੇ ਫਿਰ ਮਹਾਰਾਜ ਨੂੰ ਕਹਿਣਾ ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ। ਇਹ ਗੱਲ ਜਿਹੜਾ ਕਹਿਣ ਲੱਗ ਪੈਂਦਾ ਦੀ ਗੁਰੂ ਦੇ ਨਾਲ ਮਿੱਤਰਤਾ ਬਣ ਜਾਂਦੀ। ਗੁਰੂ ਕਿਹੜਾ ਰਹਿ ਕੇ ਤੇਰੇ ਕੋਲੋਂ ਲੈ ਕੇ ਰੱਖ ਲੈਂਦਾ, ਵਰਤਣਾ ਤਾਂ ਹੀ ਹੈ। ਤੇਰਾ ਤਾਨਿਆ ਤੂੰ ਤਨ ਆਪਣਾ ਵਰਤਣਾ ਜਿੰਨਾ ਚਿਕਰ ਤੇਰੀ ਉਮਰ ਹੈ। ਤੇਰਾ ਮਨ ਹੈ, ਆਪਣਾ ਮਨ ਤੂੰ ਆਪ ਹੀ ਵਰਤਣਾ। ਧਨ ਤੂੰ ਆਪਣਾ ਆਪ ਵਰਤਣਾ। ਸੰਕਲਪ ਕਰ ਲਾ ਵੀ ਇਹ ਗੁਰੂ ਦਾ ਹੈ। ਉਹਦੇ ਨਾਲ ਫਿਰ ਕੀ ਹੋਵੇਗਾ, ਕਦੀ ਤਨ ਨਾਲ ਮਾੜਾ ਨਹੀਂ ਕਰਨਾ, ਮਨ ਵਿੱਚ ਮਾੜਾ ਫੁਰਨਾ ਨਹੀਂ ਪੈਦਾ ਹੋਣ ਦੇਣਾ, ਧਨ ਮਾੜੇ ਪਾਸੇ ਨਹੀਂ ਲਾਉਣਾ। ਇਹ ਹੈ ਨਾ ਕੋਈ ਗੁਰੂ ਦਾ, ਗੁਰੂ ਦਾ ਕਹਿੰਦੇ ਸੰਕਲਪ ਬਣਾ। ਗੁਰੂ ਦੇ ਨਾਲ ਮਿੱਤਰਤਾ ਨਿਭ ਜਾਂਦੀ ਹੈ। ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ, ਤਾਕੀ ਨਿਰਮਲ ਰੀਤ। ਜਿਹਦੇ 'ਤੇ ਗੁਰੂ ਕਿਰਪਾ ਕਰ ਦਿੰਦਾ ਹੈ ਉਹ ਇਸ ਗੱਲ ਨੂੰ ਜਾਣ ਜਾਂਦਾ, ਸਮਝ ਜਾਂਦਾ। ਇਹ ਨਿਰਮਲ ਰੀਤ ਹੈ, ਇਹ ਪਵਿੱਤਰ ਮਰਜ਼ਾਦਾ ਹੈ ਗੁਰੂ ਦੀ। ਇਹ ਨਿਰਮਲ ਰੀਤ, ਪਵਿੱਤਰ ਮਰਜ਼ਾਦਾ। ਸੋ ਨਹੀਂ ਤਾਂ ਜੇ ਗੁਰੂ ਦੀ ਕਿਰਪਾ ਨਹੀਂ ਸਮਝ ਨਹੀਂ ਸਕਦਾ ਇਹ ਵੀ ਨਿਰਮਲ ਰੀਤ ਕੀ ਹੈ। ਨਿਰਮਲ ਕਿਵੇਂ ਹੋਈਦਾ, ਉਹ ਰੀਤ ਕੀ ਹੈ। ਮੈਲਾ ਹੋਣਾ ਤਾਂ ਸਾਰੇ ਜਾਣਦੇ ਨੇ, ਮੈਲਾ ਤਾਂ ਸਾਰੇ ਹੀ ਹੋ ਜਾਂਦੇ ਨੇ। ਪਵਿੱਤਰ ਕਿਵੇਂ ਹੋਈਦਾ ਜੀ? ਪਵਿੱਤਰ ਹੋਣਾ ਤਾਂ ਇਹ ਤਾਂ ਗੁਰੂ ਹੀ ਦੱਸਦਾ ਵੀ ਕਿੱਦਾਂ ਪਵਿੱਤਰ ਹੋਈਦਾ। ਜੀਓ ਨਿਰਮਲ ਬਾਹਰੋਂ ਨਿਰਮਲ ਕਿੱਦਾਂ ਹੋਈਦਾ। ਹੁਣ ਜਿਹਦੇ 'ਤੇ ਉਹ ਕਿਰਪਾ ਕਰਦਾ ਉਹਨੂੰ ਨਿਰਮਲਤਾਈ ਦੀ ਰੀਤ ਦੱਸਦਾ ਹੈ, ਕਿੱਦਾਂ ਪਵਿੱਤਰ ਹੋਈਦਾ। ਗੁਰੂ ਦੱਸਦਾ ਵੀ ਭਾਈ ਅੰਦਰੋਂ ਬਾਹਰੋਂ ਕਿੱਦਾਂ ਨਿਰਮਲ ਹੋਣਾ। ਰਹਾਉ ਮਾਤ ਪਿਤਾ ਬਨਿਤਾ ਸੁਤ ਬੰਦਪ, ਇਸ਼ਟ ਮੀਤ ਅਰ ਭਾਈ। ਇਹ ਸਾਡਾ ਪਰਿਵਾਰ ਹੈ, ਇਹ ਸਾਡਾ ਸੰਸਾਰ ਹੈ। ਮਾਤਾ ਪਿਤਾ ਬਨਿਤਾ ਇਸਤਰੀ ਸੁਤ ਪੁੱਤਰ ਬੰਦਪ। ਸੋ ਜਿੰਨੇ ਸਾਡੇ ਰਿਸ਼ਤੇਦਾਰ ਨੇ, ਇਸ਼ਟ, ਇਸ਼ਟ ਹੁੰਦਾ ਪਿਆਰੇ, ਮੀਤ ਮਿੱਤਰ ਅਤੇ ਭਾਈ ਭਰਾ। ਇੱਥੇ ਉਂਝ ਇਸ਼ਟ ਹੁੰਦਾ ਸਾਡਾ ਦੀਨ, ਸਾਡਾ ਧਰਮ, ਉਹਨੂੰ ਇਸ਼ਟ ਕਿਹਾ ਜਾਂਦਾ। ਪਰ ਇੱਥੇ ਇਸ਼ਟ ਦਾ ਅਰਥ ਆਵੇਗਾ ਪਿਆਰ, ਜਿਹਦੇ ਨਾਲ ਸਾਡਾ ਬਹੁਤ ਜ਼ਿਆਦਾ ਪਿਆਰ ਹੈ। ਔਰ ਇਹਦੀ ਖਾਤਰ, ਇਸ ਟੱਬਰ ਦੀ ਖਾਤਰ ਆਪਣੇ ਮਾਤਾ ਪਿਤਾ ਭੈਣ ਭਾਈ ਧੀਆਂ ਪੁੱਤਰ ਔਰਤ ਇਹਨਾਂ ਵਾਸਤੇ ਪੂਰੀ ਜ਼ਿੰਦਗੀ ਬੰਦਾ ਖਰਚ ਕਰ ਦਿੰਦਾ। ਅਤੇ ਇਹ ਮੇਰਾ ਟੱਬਰ ਹੈ, ਇਹ ਮੇਰਾ ਪਰਿਵਾਰ ਹੈ। ਹੁਣ ਮਹਾਰਾਜ ਸਾਨੂੰ ਕੀ ਸਮਝਾਉਂਦੇ ਨੇ, ਕਹਿੰਦੇ ਨੇ ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈ।
ਜਿਸ ਅਸੀਂ ਆਪਾਂ ਟੱਬਰ 'ਚ ਬੈਠੇ ਤਾਂ ਪਿਛਲੇ ਜਨਮ ਦਾ ਸਾਡਾ ਇਹ ਜੀਆਂ ਦਾ ਕੋਈ ਸੰਜੋਗ ਹੈ। ਔਰ ਸੰਜੋਗ ਕੀ ਹੈ ਇਹ ਨਹੀਂ ਪਤਾ, ਸੰਜੋਗ ਕੀ ਆ ਕੀ ਨਹੀਂ ਹੈ ਇਹ ਕੁਝ ਨਹੀਂ ਪਤਾ, ਪਰ ਸੰਜੋਗ ਹੈ, ਜਾਂ ਲੈਣ ਦਾ ਹੈ ਜਾਂ ਦੇਣ ਦਾ ਹੈ। ਵਿਹਾਰ ਕੋਈ ਲਿਖਾ ਰਹਿ ਗਿਆ, ਕੋਈ ਨਾ ਕੋਈ ਲਿਖਾ ਰਹਿ ਗਿਆ, ਜਿਸ ਕਰਕੇ ਅੱਜ ਅਸੀਂ ਫਿਰ ਇਕੱਠੇ ਹੋ ਗਏ। ਕਈ ਮਿੱਤਰ ਹੁੰਦੇ ਨੇ, ਲੈਣ ਦੇਣ ਹੁੰਦਾ, ਜਦੋਂ ਲੈਣ ਦੇਣ ਜ਼ਿਆਦਾ ਹੁੰਦਾ ਨਾ ਉਦੋਂ ਪਰਿਵਾਰ ਬਣਦਾ। ਮਿੱਤਰਤਾਈ ਦੀ ਹੁੰਦਾ ਜਦੋਂ ਲੈਣ ਦੇਣ ਘੱਟ ਹੈ। ਰਿਸ਼ਤੇਦਾਰੀ ਵਿੱਚ ਵੀ ਲੈਣ ਦੇਣ ਘੱਟ ਹੈ। ਜਿਨ੍ਹਾਂ ਦਾ ਜ਼ਿਆਦਾ ਲੈਣ ਦੇਣ ਨੇ, ਜ਼ਿਆਦਾ ਕਿਸੇ ਨੇ ਲੈਣਾ, ਉਹ ਪਰਿਵਾਰ ਦਾ ਮੈਂਬਰ ਬਣ ਗਿਆ। ਜਿਸ ਨੇ ਜ਼ਿਆਦਾ ਦੇਣਾ ਕਰਜ਼ ਦੇਣਾ, ਉਹ ਪਰਿਵਾਰ ਦਾ ਮੈਂਬਰ ਬਣ ਗਿਆ। ਸੋ ਇਹ ਸਿਸਟਮ ਜਿਹੜਾ ਇਹ ਚੱਲਦਾ। ਪਾਤਸ਼ਾਹ ਕਹਿੰਦੇ ਇਹ ਪੂਰਵ ਜਨਮ ਦੇ ਸੰਜੋਗ ਹੁੰਦੇ ਨੇ। ਜਾਂ ਕਈ ਇੱਛਾਵਾਂ ਵੀ ਹੁੰਦੀਆਂ, ਇੱਛਾ ਵੀ ਹੁੰਦੀ ਹੈ, ਇੱਛਾ ਹੁੰਦੀ ਆ ਵੀ ਹਾਂ ਵੀ ਆਹ ਇਸ ਤਰੀਕੇ ਦੇ ਨਾਲ ਮੈਨੂੰ ਆਹ ਚੀਜ਼ ਚਾਹੀਦੀ ਆ। ਫਿਰ ਹੁਣ ਜਿੱਥੋਂ ਚੀਜ਼ ਮਿਲਣੀ ਹੈ ਅਤੇ ਉਹਦੇ ਨਾਲ ਹੀ ਸੰਜੋਗ ਬਣਨਾ। ਜਿੱਦਾਂ ਗੁਰੂ ਅਮਰਦਾਸ ਜੀ ਦੇ ਕੋਲ ਇੱਕ ਜੋਗੀ ਆਇਆ ਅਤੇ ਬੜਾ ਬਿਰਧ ਸੀਗਾ, ਮਸੀਂ ਤੁਰਦਾ ਸੀਗਾ। ਸੱਚੇ ਪਾਤਸ਼ਾਹ ਕਹਿੰਦੇ ਹਾਂ ਜੋਗੀ ਜੀ ਕਿੱਦਾਂ ਆਏ? ਕਹਿੰਦਾ ਮਹਾਰਾਜ ਇੱਕੋ ਹੀ ਬੇਨਤੀ ਕਰਨੀ, ਬਸ ਇੱਕੋ ਹੀ। ਕਹਿੰਦਾ ਵੀ ਮੈਂ ਜਿਹੜਾ ਸੱਚ ਦਾ ਰਸ ਆ ਨਾ, ਆਨੰਦ, ਉਹ ਪ੍ਰਾਪਤ ਕਰਨ ਵਾਸਤੇ ਮੈਂ ਸਭ ਕੁਝ ਛੱਡਿਆ, ਘਰ ਛੱਡਿਆ, ਦੁਨੀਆ ਦੇ ਸੁੱਖ ਛੱਡੇ, ਯੋਗ ਸਾਧਨਾ ਕੀਤੀ, ਪਰ ਮੈਨੂੰ ਸੱਚ ਦਾ ਰਸ ਨਹੀਂ ਆਇਆ, ਆਨੰਦ ਨਹੀਂ ਆਇਆ। ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਆ ਦੇਹੀ ਦੇ ਨਾਲ ਹੀ ਆਨੰਦ ਮਿਲਣਾ ਸੀ। ਦੇਹੀ ਦੇ ਵਿੱਚ ਆਨੰਦ ਹੈ, ਦੁਨਿਆਵੀ ਰਸ ਵੀ ਦੇਹੀ ਦੇ ਵਿੱਚ ਹੀ ਹੈ। ਜੇ ਦੇਹੀ ਨਾ ਹੋਵੇ ਤਾਂ ਰਸ ਪਏ ਰਹਿਣ, ਇਹਨਾਂ ਦਾ ਕੋਈ ਆਨੰਦ ਆਉਂਦਾ? ਰਸ ਨੇ, ਪਦਾਰਥ ਨੇ, ਬਣੇ ਪਏ ਨੇ, ਇਹਨਾਂ ਦਾ ਕੋਈ ਰਸ ਨਹੀਂ, ਕੋਈ ਆਨੰਦ ਨਹੀਂ। ਜਦੋਂ ਦੇਹੀ ਨਾਲ ਸੰਪਰਕ ਬਣਦਾ ਨਾ ਫੇਰ ਰਸ ਬਣਦਾ। ਇਹਦਾ ਮਤਲਬ ਦੇਹੀ ਦੇ ਵਿੱਚ ਰਸ ਹੈ। ਬਿੱਖ ਜਿਹੜਾ ਮਾੜਾ ਰਸ ਹੈ ਉਹ ਵੀ ਦੇਹੀ ਦੇ ਵਿੱਚ ਹੈ। ਅੰਮ੍ਰਿਤ ਚੰਗਾ ਰਸ ਉਹ ਵੀ ਦੇਹੀ ਦੇ ਵਿੱਚ ਹੈ। ਸੱਚੇ ਪਾਤਸ਼ਾਹ ਕਹਿੰਦੇ ਦੇਹੀ ਦੀ ਤੇਰੀ ਮੰਦੀ ਹਾਲਤ ਹੋਈ ਪਈ ਹੈ। ਹੁਣ ਜੇ ਤੂੰ ਆਨੰਦ ਲੈਣਾ ਤਾਂ ਦੁਬਾਰਾ ਜਨਮ ਲੈ। ਇਹ ਸੰਜੋਗ ਇੱਦਾਂ ਬਣਿਆ ਸੀ। ਉਹਨੇ ਸਰੀਰ ਛੱਡਿਆ, ਗੁਰੂ ਅਮਰਦਾਸ ਜੀ ਦੇ ਘਰ ਵਿੱਚ ਪੋਤਰਾ ਬਣ ਕੇ ਆ ਗਿਆ, ਪੋਤਰਾ ਬਣਿਆ। ਇੱਦਾਂ ਸੰਜੋਗ ਬਣ ਜਾਂਦਾ। ਹੁਣ ਇਹ ਰਸ ਆਨੰਦ ਤਾਂ ਗੁਰੂ ਨੇ ਦੇਣਾ ਸੀਗਾ। ਹੁਣ ਜਿਹੜਾ ਕਹਿੰਦਾ ਵੀ ਮੈਨੂੰ ਭਾਈ ਆਨੰਦ ਚਾਹੀਦਾ, ਉਹ ਤਾਂ ਹੁਣ ਉਹਨੂੰ ਸਤਿਗੁਰ ਦੇ ਘਰ ਵਿੱਚ ਜਨਮ ਲੈਣਾ ਪੈਣਾ। ਆਨੰਦ ਨਹੀਂ ਮਿਲਿਆ ਕਿਤੇ, ਉਹ ਗੁਰਸਿੱਖਾਂ ਦੇ ਘਰ ਵਿੱਚ ਫੇਰ ਆਉਂਦਾ ਹੈ। ਕਿਉਂਕਿ ਇਹ ਇੱਦਾਂ ਸੰਜੋਗ ਬਣਦੇ ਨੇ, ਇੱਕ ਲੈਣ ਦੇਣ ਦੇ ਸੰਬੰਧ ਹੁੰਦੇ ਨੇ। ਇਹ ਮਹਾਰਾਜ ਕਹਿੰਦੇ ਪੂਰਬਲੇ ਜਨਮ ਦਾ ਸੰਜੋਗ ਹੈ। ਅੰਤ ਹੈ ਕੋ ਨਾ ਸਹਿ। ਜਦੋਂ ਜਿੱਥੇ ਲੇਖਾ ਹੋਣਾ, ਜਿੱਥੇ ਲੇਖਾ ਹੋਣਾ ਉੱਥੇ ਤਾਂ ਭਾਈ ਫਿਰ ਆਪੋ ਆਪਣੇ ਕਰਮ ਆ, ਉੱਥੇ ਆਪੋ ਆਪਣੇ ਕਰਮ ਹੁੰਦੇ ਨੇ। ਕਰਮਾਂ ਦੇ ਅਨੁਸਾਰ ਲੇਖਾ ਹੋਣਾ। ਜੇ ਕੋਈ ਕਿਸੇ ਦੀ ਸਹਾਇਤਾ ਕਰ ਦਊਗਾ, ਨਹੀਂ, ਗੁਰੂ ਸਹਾਇਤਾ ਕਰ ਸਕਦਾ ਹੈ। ਜਾਂ ਪੂਰਨ ਪੁਰਖ ਜਿਹੜਾ ਆ, ਜਿਹੜਾ ਗੁਰੂ ਦੇ ਨਾਲ ਇਕਮਿਕ ਹੈ ਭਾਈ, ਉਹ ਸਾਡੀ ਸਹਾਇਤਾ ਕਰਦਾ ਹੈ। ਨਹੀਂ ਤਾਂ ਕਹਿੰਦੇ ਅੰਤ ਹੈ ਕੋ ਨਾ ਸਹਾਈ। ਪਾਤਸ਼ਾਹ ਕਹਿੰਦੇ ਮੁਕਤ ਮਾਲ ਕਨਕ ਲਾਲ ਹੀਰਾ, ਮਨਰੰਜਨ ਕੀ ਮਾਇਆ। ਹੁਣ ਮੁਕਤ ਮਾਲ ਕਨਕ ਲਾਲ ਹੀਰਾ, ਇਹ ਨਾ ਸਾਰੀ ਦੁਨਿਆਵੀ ਦੌਲਤ ਦੀ ਗੱਲ ਕਰ ਦਿੱਤੀ ਹੈ। ਮੁਕਤ ਮਾਲ ਹੁੰਦਾ ਆ ਭਈ ਸੁੱਚੇ ਮੋਤੀਆਂ ਦੀ ਮਾਲਾ। ਮੋਤੀ ਦੀ ਵੀ ਆਪੋ ਆਪਣੀ ਕੀਮਤ ਹੈ। ਅਸਲ ਮੋਤੀ ਜਿਹੜਾ ਸੁੱਚਾ ਮੋਤੀ ਜਿਹਨੂੰ ਕਹਿੰਦੇ ਹੈ, ਉਹ ਤਾਂ ਚਲੋ ਬਣਾਉਂਦੇ ਆ ਘੜ ਕੇ ਆਪਣੇ ਹਿਸਾਬ ਦੇ ਨਾਲ, ਕੈਮੀਕਲ ਪਾ ਕੇ ਬੜਾ ਚਿੱਟਾ ਬਣਾਉਂਦੇ। ਅਸਲ ਵਿੱਚ ਸੁੱਚਾ ਮੋਤੀ ਹੁੰਦਾ ਜਿਹੜੀ ਸਮੁੰਦਰ ਵਿੱਚ ਛਿਪੀ ਹੈ, ਇਹਦਾ ਮੂੰਹ ਖੁੱਲ੍ਹਾ ਅਤੇ ਜਦੋਂ ਸਵਾਂਤੀ ਬੂੰਦ ਜਿੱਦਾਂ ਪਪੀਹੇ ਦੇ ਮੁੱਖ 'ਚ ਡਿੱਗਦੀ ਹੈ, ਪਪੀਹਾ ਉਹਨੂੰ ਤਰਸਦਾ ਪਿਆ, ਇਸੇ ਤਰ੍ਹਾਂ ਹੀ ਜਿਹੜਾ ਸਵਾਂਤੀ ਨਛੱਤਰ ਦੇ ਵਿੱਚ ਬੂੰਦ ਸਿੱਪੀ ਦੇ ਮੁੱਖ ਵਿੱਚ ਚਲੀ ਜਾਂਦੀ, ਨਾਲ ਹੀ ਸਿੱਪੀ ਬੰਦ ਹੋ ਜਾਂਦੀ ਹੈ। ਉਹ ਸਿੱਪੀ ਫਿਰ ਸਮੁੰਦਰ ਦੀ ਸਤਹ 'ਤੇ ਚਲ ਜਾਂਦੀ ਹੈ ਅਤੇ ਉੱਥੇ ਫਿਰ ਸਿੱਪੀ ਦੇ ਵਿੱਚ ਉਹ ਮੋਤੀ ਪਨਪਦਾ, ਉਹ ਸੁੱਚਾ ਮੋਤੀ ਹੈ। ਹੁਣ ਉਹ ਮੋਤੀ ਕਿੱਥੇ, ਕੋਈ ਵਿਰਲਿਆਂ ਕੋਲੋਂ ਮੋਤੀ ਹੁੰਦੇ, ਬੜੀ ਕੀਮਤ ਹੁੰਦੀ ਉਹ ਮੋਤੀ ਦੀ। ਉਹਨਾਂ ਮੋਤੀਆਂ ਦੀ ਮਾਲਾ, ਮੁਕਤ ਮਾਲ ਕਨਕ ਸੋਨਾ ਲਾਲ। ਹੁਣ ਜਿਹੜੇ ਅਸਲ ਲਾਲ ਨੇ ਉਹ ਤਾਂ ਕਹਿੰਦੇ ਜਿਹੜਾ ਹੰਸ ਦੇ ਮੁੱਖ 'ਚੋਂ ਨਿਕਲਦਾ ਉਹ ਲਾਲ ਹੁੰਦਾ,
ਜਾਂ ਆਪਾਂ ਇਤਿਹਾਸ ਵਿੱਚ ਸਰਵਣ ਕਰਦੇ, ਜਦੋਂ ਸਾਲਸਰਾਏ ਜੌਹਰੀ ਨੇ ਜਿਸ ਲਾਲ ਨੂੰ ਦੇਖਿਆ ਸੀ, ਮਰਦਾਨੇ ਨੂੰ ਦਿੱਤਾ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਾਲ, ਉਹ ਲਾਲ ਕਿੱਦਾਂ ਬਣਾਇਆ ਸੀ ਮਹਾਰਾਜ ਨੇ? ਉਹ ਮਿੱਟੀ ਦਾ ਢੇਲੀ ਪਈ ਸੀ ਅਤੇ ਉਹਨੂੰ ਚਰਨ ਛੁਹਾਤਾ ਸੀ। ਇਹ ਤਾਂ ਹੁਣ ਮਹਾਰਾਜ ਸਮਰੱਥਾ ਦੇ ਮਾਲਕ ਨੂੰ ਲਾਲ ਬੇਸ਼ਕੀਮਤੀ ਲਾਲ ਸਾਲਸਰਾਏ ਜੌਹਰੀ ਕਹਿੰਦਾ ਸੀ, ਕਹਿੰਦਾ ਵੀ ਮੇਰੇ ਉਸਤਾਦ ਦਾ ਇਹ ਕਹਿਣਾ ਸੀ ਵੀ ਜੇ ਕਿਤੇ ਇਹੋ ਜਿਹਾ ਲਾਲ ਮਿਲ ਜਾਵੇ ਨਾ ਅਤੇ ਉਹਦੇ ਦਰਸ਼ਨੀ ਭੇਟਾ 100 ਰੁਪਈਆ ਰੱਖਣੀ, ਮਤਲਬ ਦਰਸ਼ਨੀ ਭੇਟਾ ਦੇਣੀ ਆ ਉਹਦੀ ਜਿੰਨੀ ਦੇ ਸਕਦਾ। 100 ਰੁਪਈਆ ਕਾਫੀ ਸੀ ਉਹਨਾਂ ਦਿਨਾਂ ਦੇ ਵਿੱਚ, ਕੀਮਤ ਨਹੀਂ ਹੈ। ਲਾਲਾਂ ਦੀ ਕੀਮਤ ਕਿੱਥੇ ਹੁੰਦੀ ਹੈ ਜਿਹੜੇ ਅਸਲ ਲਾਲ ਹੁੰਦੇ ਨੇ। ਲਾਲ ਹੀਰਾ, ਹੀਰੇ ਮਨੋਰੰਜਨ ਕੀ ਮਾਇਆ, ਮਨ ਨੂੰ ਰੁਝਾਉਣੇ ਵਾਲੀ ਇਹ ਸਾਰੀ ਮਾਇਆ ਹੈ। ਮਨ ਇਹਦੇ ਵਿੱਚ ਤਾਂ ਰਚਿਆ ਮਿਚਿਆ ਹੋਇਆ ਹੈ, ਦੁਨਿਆਵੀ ਦੌਲਤ ਦੇ ਵਿੱਚ ਹੀ। ਹਾਂ ਹਾਂ ਕਰ ਤੂੰ ਬਿਹਾਨੀ ਆਵਦੈ, ਤਾਂ ਮੈਂ ਸੰਤੋਖ ਨਾ ਪਾਇਆ। ਹਾਹਾ ਕਰਦਾ ਹੁੰਦਾ, ਹਾਏ ਹਾਏ। ਜਦੋਂ ਇਸ ਮਾਇਆ ਨੂੰ ਮਨੁੱਖ ਪ੍ਰਾਪਤ ਕਰਦਾ ਅਤੇ ਟੁੱਟ ਟੁੱਟ ਕੇ ਮਰਦਾ, ਹਾਏ ਹਾਏ ਨਾ ਬੜਾ ਕਸ਼ਟ ਉਠਾਉਂਦਾ। ਅਤੇ ਜਦੋਂ ਇਹ ਮਾਇਆ ਚਲੇ ਜਾਂਦੀ ਉਦੋਂ ਵੀ ਹਾਏ ਹਾਏ ਕਰਦਾ। ਅਤੇ ਜਦੋਂ ਇਹ ਮਾਇਆ ਨੂੰ ਛੱਡ ਕੇ ਜਾਂਦਾ, ਆਖਰੀ ਸਮਾਂ ਆ ਗਿਆ, ਬੁਲਾਵਾ ਆ ਗਿਆ ਅਤੇ ਮਾਇਆ ਤਾਂ ਰਹਿ ਗਈ, ਉਦੋਂ ਵੀ ਹਾਏ ਹਾਏ ਕਰਦਾ। ਇਹ ਮਾਇਆ ਹਾਏ ਹਾਏ ਹੀ ਕਰਾਉਂਦੀ ਹੈ। ਜਦੋਂ ਪ੍ਰਾਪਤ ਕਰਨੀ ਸੀ, ਨਹੀਂ ਪ੍ਰਾਪਤ ਹੋ ਰਹੀ ਸੀ, ਉਦੋਂ ਵੀ ਹਾਏ ਹਾਏ। ਜਦੋਂ ਕੋਲ ਆ ਗਈ ਆ, ਹੁਣ ਕੋਈ ਇਹਨੂੰ ਲੁੱਟ ਨਾ ਲਵੇ, ਫੇਰ ਹਾਏ ਹਾਏ। ਹੁਣ ਕੋਲ ਹੈ, ਛੱਡ ਕੇ ਜਾ ਰਿਹਾ, ਫੇਰ ਹਾਏ ਹਾਏ। ਇਹਦਾ ਮਤਲਬ ਵੀ ਹਾਏ ਹਾਏ ਹੀ ਹੈ। ਦੁੱਖ ਹੀ ਦਿੰਦੀ ਹੈ, ਇਹਨੇ ਸੁੱਖ ਨਹੀਂ ਦੇਣਾ। ਸਾਹਿਬ ਜੀ ਕਹਿੰਦੇ ਨੇ, ਹਾ ਹਾ ਕਰਤ ਬਿਹਾਨੀ ਅਵਦੈ, ਸਾਰੀ ਜ਼ਿੰਦਗੀ ਬਿਹਾਨੀ ਹੁੰਦਾ ਬਤੀਤ ਹੋ ਜਾਣਾ। ਸਾਰੀ ਜ਼ਿੰਦਗੀ ਮਾਇਆ ਨੇ ਹਾਏ 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 ਕਰਾਇਆ, ਉਮਰ ਬਤੀਤ ਹੋ ਗਈ, ਤਾਂ ਮੈਂ ਸੰਤੋਖ ਨਾ ਪਾਇਆ। ਇਸ ਮਾਇਆ ਦੇ ਵਿੱਚੋਂ ਕਿਸੇ ਨੂੰ ਸੰਤੋਖ ਪ੍ਰਾਪਤ ਨਹੀਂ ਹੋਇਆ। ਬੜੇ ਬੜੇ ਰਾਜੇ ਮਹਾਰਾਜੇ ਦੇਖ ਲਓ, ਅਮੀਰ ਵਜ਼ੀਰ ਵੇਖ ਲਓ, ਕਿਸੇ ਨੂੰ ਸੰਤੋਖ ਮਿਲਿਆ? ਕਹਿੰਦੇ ਕਿਸੇ ਨੂੰ ਸੰਤੋਖ ਨਹੀਂ ਮਿਲਿਆ। ਹਸਤ ਰਥ ਆਸਵ ਪਵਨ ਤੇਜ ਧਣੀ, ਭੂਮਨ ਚਤੁਰੰਗਾ। ਅਸਤ ਹੁੰਦਾ ਹਾਥੀ, ਰਥ ਹੋ ਗਏ, ਅਸਵ ਘੋੜੇ ਹੋ ਗਏ, ਪਵਨ ਤੇਜ ਉਹ ਘੋੜੇ ਜਿਹੜੇ ਹਵਾ ਵਾਂਗ ਤੇਜ਼ ਦੌੜਦੇ ਨੇ ਅਤੇ ਹਵਾ ਨੂੰ ਵੀ ਪਿੱਛੇ ਛੱਡ ਜਾਂਦੇ ਨੇ, ਉਹਨਾਂ ਦੀ ਗੱਲ ਕਰ ਦਿੱਤੀ। ਧਣੀ, ਧਣੀ ਹੋ ਗਿਆ ਧਨ ਦੇ ਮਾਲਕ, ਜਿਨ੍ਹਾਂ ਦੇ ਕੋਲ ਧਨ ਹੈ। ਭੂਮਨ, ਭੂਮਨ ਹੁੰਦਾ ਜ਼ਮੀਨਾਂ ਦੇ ਮਾਲਕ, ਜ਼ਿਮੀਂਦਾਰ। ਚਤੁਰੰਗਾ, ਪਹਿਲੇ ਸਮਿਆਂ ਦੇ ਵਿੱਚ ਫੌਜ ਦੇ 4 ਅੰਗ ਹੁੰਦੇ ਸੀ। ਜਿੱਦਾਂ ਹੁਣ 3 ਅੰਗ ਮੰਨਦੇ ਨਾ ਫੌਜ ਦੇ, ਇੱਕ ਹਵਾਈ ਫੌਜ, ਜ਼ਮੀਨੀ ਫੌਜ ਅਤੇ ਨੇਵੀ ਪਾਣੀ ਵਾਲੀ ਫੌਜ। ਫੌਜ ਦੇ 3 ਅੰਗ ਮੰਨਦੇ ਹੈ। ਅਤੇ ਉਦੋਂ 4 ਅੰਗ ਮੰਨਦੇ ਹੁੰਦੇ ਸੀ। ਇੱਕ ਤਾਂ ਉਹ ਫੌਜ ਜਿਹੜੀ ਹਾਥੀਆਂ ਦੇ ਉੱਤੇ ਹੁੰਦੀ ਸੀ, ਉਹਨਾਂ ਨੂੰ ਹਾਥੀਆਂ ਦੇ ਉੱਤੇ ਕਿੱਦਾਂ ਯੁੱਧ ਕਰਨਾ ਉਹਦੀ ਟ੍ਰੇਨਿੰਗ ਦਿੱਤੀ ਜਾਂਦੀ ਸੀ, ਹਾਥੀਆਂ ਵਾਲੀ ਫੌਜ ਸੀ। ਦੂਸਰੀ ਹੁੰਦੀ ਸੀ ਘੋੜ ਸਵਾਰ, ਉਹ ਘੋੜਿਆਂ 'ਤੇ ਚੜ੍ਹ ਕੇ ਯੁੱਧ ਕਰਦੇ ਸੀ। ਇੱਕ ਹੁੰਦੀ ਸੀ ਰੱਥਾਂ ਵਾਲੀ ਫੌਜ, ਉਹ ਜਿਹੜੇ ਬੜੇ ਬੜੇ ਯੋਧੇ ਹੁੰਦੇ ਸੀ ਉਹ ਰੱਥਾਂ 'ਤੇ ਚੜ੍ਹ ਕੇ ਯੁੱਧ ਕਰਦੇ ਹੁੰਦੇ ਸੀਗੇ ਅਤੇ ਉਹਨਾਂ ਦਾ ਰਥਵਾਹੀ ਹੁੰਦਾ ਸੀ। ਅਤੇ ਇਹ ਪੁਰਾਤਨ ਸਾਰੀ ਫੌਜਾਂ ਦੇ ਜ਼ਿਕਰ ਕੀਤਾ ਕਿ ਇੱਕ ਪੈਦਲ ਫੌਜ, ਉਹ ਪੈਦਲ ਜਾਂਦੀ ਸੀ। ਜਿੱਦਾਂ ਹੁਣ ਹਾਥੀਆਂ 'ਤੇ ਫੌਜ ਜਿਹੜੀ ਆ, ਹਾਥੀਆਂ 'ਤੇ ਲੜਨੇ ਵਾਲੀ, ਉਹਨਾਂ ਦੇ ਨਾਲ ਵੀ ਪੈਦਲ ਹੁੰਦੇ ਸੀ। ਅਤੇ ਬਾਕੀ ਜਿਹੜੇ ਹੁੰਦੇ ਸੀਗੇ ਘੋੜਿਆਂ ਵਾਲੇ, ਰੱਥਾਂ ਵਾਲੇ, ਲੇਕਿਨ ਪੈਦਲ ਫੌਜ ਹਰੇਕ ਦੇ ਨਾਲ ਹੀ ਥੋੜ੍ਹੀ ਥੋੜ੍ਹੀ ਰੱਖਦੇ ਵੀ ਕਦੀ ਕੋਈ ਚੀਜ਼ ਦੀ ਲੋੜ ਪਵੇ ਤਾਂ ਉਹਨਾਂ ਨੂੰ ਉਹ ਮੁਹੱਈਆ ਕਰਾਈ ਜਾ ਸਕੇ। ਇੱਥੇ ਕਿਹੜਾ ਪੈਂਡਾ ਥੋੜ੍ਹੀ ਹੁੰਦਾ, ਹੁਣ ਜਿੱਥੇ ਯੁੱਧ ਹੋ ਰਿਹਾ ਉੱਥੇ ਦਾ 1 ਇੰਚ ਨਹੀਂ ਕੋਈ ਅੱਗੇ ਜਾਣ ਦਿੰਦਾ। 1 ਇੰਚ ਵੀ ਜਿਹੜਾ ਸੂਰਮਾ ਹੁੰਦਾ ਨਾ, ਸੂਰਮਾ 1 ਇੰਚ ਵੀ ਧਰਤੀ ਨਹੀਂ ਛੱਡਦਾ ਯੁੱਧ ਦੇ ਮੈਦਾਨ ਦੇ ਵਿੱਚ। ਉੱਥੇ ਪੁਰਜਾ ਪੁਰਜਾ ਕੱਟ ਮਰੇ। ਮਹਾਰਾਜ ਕਹਿੰਦੇ ਕਬਹੂ ਨਾ ਛੱਡੇ ਖੇਤ। ਇਸ ਕਰਕੇ ਚਾਹੇ ਉਹ ਰੱਥ ਵਾਲੀ ਫੌਜ, ਚਾਹੇ ਹਾਥੀਆਂ ਵਾਲੀ ਫੌਜ, ਚਾਹੇ ਘੋੜਿਆਂ ਵਾਲੀ ਫੌਜ, ਜਿਹੜੀ ਪੈਦਲ ਫੌਜ ਹੁੰਦੀ ਸੀ ਨਾ, ਉਹ ਤਿੰਨਾਂ ਦੇ ਨਾਲ ਹੀ ਹੁੰਦੀ ਸੀ ਵੀ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਪੈ ਸਕਦੀ। ਚਤੁਰੰਗਾ ਫੌਜ ਦੇ ਇਹ 4 ਅੰਗ ਜਾੜੇ ਨੇ। ਸੰਗ ਨਾ ਚਾਲਿਓ,
ਇਨਮੈ ਕਛੁਐ ਊਠ ਸਿਧਾਇਓ ਨਾਂਗਾ। ਸਭ ਤੋਂ ਵੱਡਾ ਜਿਹੜਾ ਯੁੱਧ ਉਹ ਮਹਾਂਭਾਰਤ ਦਾ ਮੰਨਿਆ ਜਾਂਦਾ। ਮਹਾਂਭਾਰਤ ਦਾ ਯੁੱਧ ਤਾਂ ਹੋਰ ਵੀ ਬੜੇ ਹੋਏ ਨੇ, ਵੀ ਉਹ ਵੱਡਾ ਕਿਉਂ ਮੰਨਿਆ ਜਾਂਦਾ? ਉਹਦੇ ਇਸ ਯੁੱਧ ਦੇ ਵਿੱਚ 18 ਖੂਹਣੀਆਂ ਫੌਜ ਖਤਮ ਹੋ ਗਈ ਸੀ। 18 ਖੂਹਣੀਆਂ। ਇਕੱਲਾ ਹਿੰਦੁਸਤਾਨ ਹੀ ਨਹੀਂ, ਹਿੰਦੁਸਤਾਨ ਤੋਂ ਬਾਹਰਲੇ ਰਾਜਿਆਂ ਨੇ ਵੀ ਇਸ ਯੁੱਧ ਦੇ ਵਿੱਚ ਸ਼ਮੂਲੀਅਤ ਕੀਤੀ ਸੀ। ਕਰਤੇ ਪੁਰਖ ਨੇ ਖੇਡ ਹੀ ਐਸੀ ਕਰ ਦਿੱਤੀ ਭਈ ਸਾਰੇ ਹੀ ਇਹਦੇ ਵਿੱਚ ਆਣ ਕੇ ਆਪਣੇ ਆਪ ਨੂੰ ਖਤਮ ਕਰ ਰਹੇ ਸਨ। ਇੱਕ ਐਸਾ ਸੋ ਬਲੀ ਦਾ ਜੱਗ ਲਾਇਆ ਹੋਇਆ ਸੀਗਾ। ਬਲੀ ਦਾ ਬਲੀਆਂ ਦੇ ਰਹੇ ਸਨ, ਬਲੀਦਾਨ ਦੇ ਰਹੇ ਸਨ। 11 ਖੂਹਣੀਆਂ ਫੌਜ ਤਾਂ ਦੁਰਯੋਧਨ ਕੋਲ ਸੀ। ਐਵੇਂ ਥੋੜ੍ਹੀ ਕਹਿੰਦਾ ਸੀ ਵੀ ਮੈਂ ਇਹਨਾਂ ਨੂੰ ਪਾਂਡਵਾਂ ਨੂੰ ਸਮਝਦਾ ਕੱਖ ਨਹੀਂ। 11 ਖੂਹਣੀਆਂ ਫੌਜ ਥੋੜ੍ਹੀਆਂ ਨਹੀਂ। ਇਹਨਾਂ ਕੋਲ ਤਾਂ 7 ਖੂਹਣੀਆਂ ਸੀ ਸਾਰੀ, ਜਿਹੜੇ ਪਾਂਡਵ ਸੀਗੇ। ਸੋ 7 ਖੂਹਣੀਆਂ ਇੰਝ 4 ਖੂਹਣੀਆਂ ਦਾ ਫਰਕ ਸੀ ਆਪਸ ਵਿੱਚ। 4 ਖੂਹਣੀ। ਖੂਹਣੀ ਹੁੰਦਾ ਵੀ ਫੌਜ ਤੁਰੀ ਜਾਵੇ ਤੁਰੀ ਜਾਵੇ। ਜਿਹੜੀ ਫੌਜ ਦੇ ਤੁਰਨ ਦੇ ਨਾਲ ਜੋ ਮਿੱਟੀ ਘੱਟਾ ਉੱਡਦਾ ਉਹਦੇ ਨਾਲ ਖੂਹ ਭਰ ਜਾਵੇ, ਕਹਿੰਦੇ ਮਿੱਟੀ ਘੱਟੇ ਦੇ ਨਾਲ ਖੂਹ ਭਰ ਜਾਵੇ, ਫਿਰ ਇੱਕ ਖੂਹਣੀ ਹੁੰਦੀ ਸੀ। ਹੁਣ ਇੱਕ ਖੂਹਣੀ ਦੇ ਵਿੱਚ ਲੱਖਾਂ ਦੇ ਹਿਸਾਬ ਦੇ ਨਾਲ ਫੌਜ ਆਉਂਦੀ ਇੱਕ ਖੂਹਣੀ ਦੇ ਵਿੱਚ। ਅਤੇ ਕਿੰਨੀ ਕੁ ਫੌਜ ਸੀ ਵੀ ਉਸ ਯੁੱਧ ਦੇ ਵਿੱਚ ਸਾਰੀ ਖਤਮ ਹੋ ਗਈ। ਸੰਗ ਨਾ ਚਾਲੇ ਮੈਂ ਕਛੂ। ਬਥੇਰਾ ਸਮਝਾਇਆ ਸੀ ਦੁਰਯੋਧਨ ਨੂੰ, ਜਦੋਂ ਕੋਸ਼ਿਸ਼ ਕੀਤੀ। ਜਿਹੜੇ ਉਸ ਵਕਤ ਸਮੇਂ ਦਾ ਮਾਲਕ ਕ੍ਰਿਸ਼ਨ ਜਦੋਂ ਸ਼ਾਂਤੀ ਦੂਤ ਬਣ ਕੇ ਆਏ ਅਤੇ 5 ਪਿੰਡ ਮੰਗੇ ਸੀ ਵੀ 5 ਪਿੰਡ ਦੇ ਦਿਓ ਇਹਨਾਂ ਨੂੰ ਅਤੇ ਬਾਕੀ ਸਾਰਾ ਹਿੰਦੁਸਤਾਨ ਤੁਹਾਡਾ, 5 ਪਿੰਡ ਚਾਹੀਦੇ। ਉਹ ਕਹਿੰਦਾ ਨਹੀਂ, ਕਹਿੰਦੇ ਸੂਈ ਦੇ ਨੱਕੇ ਜਿੰਨੀ ਵੀ ਜਗ੍ਹਾ ਨਹੀਂ ਦੇਣੀ। ਪਰ ਨਾਲ ਲੈ ਕੇ ਗਿਆ ਯੁੱਧ ਖੇਤਰ ਵਿੱਚ, ਯੁੱਧ ਦੇ ਮੈਦਾਨ ਦੇ ਵਿੱਚ। ਉਹਦੀ ਵੀ ਦੇਹੀ ਜਿੱਦਾਂ ਬਾਕੀ ਸਿਪਾਹੀਆਂ ਦੀ ਰੁਲੀ ਹੈ, ਇੱਦਾਂ ਦੁਰਯੋਧਨ ਦੀ ਦੇਹੀ ਰੁਲੀ। ਬਾਰ ਹੈ ਜੋਜਨ ਛਤਰ ਚਲੈਥਾ। ਦੇਹੀ ਗਿਰਜਨ ਖਾਈ। ਜਿੱਦਾਂ ਬਾਕੀਆਂ ਦੀ ਦੇਹੀ ਨੂੰ ਗਿਰਜਾ ਨਹੀਂ ਖਾਧਾ, ਇੱਦਾਂ ਉਹਦੀ ਦੇਹੀ ਵੀ ਗਿਰਜਾ ਨਹੀਂ ਖਾਧੀ। ਕੀ ਫਰਕ ਰਹਿ ਗਿਆ ਯੁੱਧ ਦੇ ਮੈਦਾਨ ਦੇ ਵਿੱਚ? ਫਿਰ ਅਤੇ ਕਹਿੰਦੇ ਮੇਰੇ ਵਰਗਾ ਹੈ ਹੀ ਕੋਈ ਨਹੀਂ। ਸੋ ਚਾਹੇ ਰਾਵਣ ਹੈ, ਚਾਹੇ ਕੰਸ ਹੈ, ਚਾਹੇ ਦੁਰਯੋਧਨ ਹੈ, ਔਰੰਗਜ਼ੇਬ ਲਾ ਲਓ, ਸ਼ਾਹਜਹਾਂ ਲਾ ਲਓ, ਜਿਨ੍ਹਾਂ ਨੇ ਸੋ ਗੁਰੂ ਸਾਹਿਬਾਨਾਂ ਦੇ ਨਾਲ ਵੀ ਯੁੱਧ ਕੀਤੇ ਨੇ, ਉਹ ਕੋਲ ਕੁਝ ਲੈ ਕੇ ਗਏ। 10ਵੇਂ ਪਾਤਸ਼ਾਹ ਜੀ ਮਹਾਰਾਜ ਦੇ ਵਿਰੁੱਧ ਜੇ ਪਹਾੜੀ ਰਾਜੇ ਫਰਿਆਦ ਲੈ ਕੇ ਜਾਂਦੇ ਸੀਗੇ, ਐਲੀਗੇਸ਼ਨ ਲਾਉਂਦੇ ਸੀਗੇ, ਉਹਨਾਂ ਦੇ ਉੱਥੇ ਪਿੰਡ ਪਏ, ਉੱਥੇ ਪਹਾੜ ਪਏ ਆ। ਉਹ ਕਿਹੜਾ ਪਹਾੜ ਨਾਲ ਲੈ ਗਏ, ਉਹ ਕਿਹੜਾ ਪਿੰਡ ਨਾਲ ਲੈ ਗਏ, ਹੈ ਨਾ। ਸੋ ਇਹ ਮਹਾਰਾਜ ਸਮਝਾਉਂਦੇ ਨੇ, ਕਹਿੰਦੇ ਸੰਗ ਨਾ ਚਾਲਿਓ ਇਹਨੂੰ ਮੈਂ ਕਛੂ ਹੈ। ਊਠ ਸਿਧਾਇਓ ਨਾਂਗਾ। ਨੰਗਾ ਹੀ ਉੱਠ ਕੇ ਗਿਆ। ਫਿਰ ਇੱਥੇ ਨਾਂਗਾ ਸ਼ਬਦ ਹੋਰ, ਜਦੋਂ ਕਹਿੰਦੇ ਨਾਂਗੇ ਆਵਨ, ਨਾਂਗੇ ਜਾਨਾ, ਸ਼ਬਦ ਦੋਨੇ ਨਾਂਗੇ ਵਰਤੇ ਨੇ। ਆਉਣ ਨੂੰ ਵੀ ਨੰਗਾ ਕਹਿ ਦਿੱਤਾ, ਜਨਮ ਲੈਣ ਨੂੰ, ਅਤੇ ਜਾਣ ਨੂੰ ਵੀ ਨੰਗਾ ਕਹਿ ਦਿੱਤਾ। ਪਰ ਨਾਂਗੇ 'ਚ ਫਰਕ ਹੈ, ਨੰਗੇ ਵਿੱਚ ਫਰਕ ਹੈ। ਜਦੋਂ ਜਨਮ ਲਿਆ ਉਦੋਂ ਵਸਤਰਾਂ ਤੋਂ ਬਿਨਾਂ ਹੈ, ਦੇਹੀ ਨੂੰ ਕੱਪੜਾ ਕਿਹਾ ਹੋਇਆ, ਪਰ ਅਸੀਂ ਇਹਨੂੰ ਨੰਗਾ ਕਹਿੰਦੇ ਜਦੋਂ ਜਨਮ ਲੈਂਦਾ। ਅਤੇ ਜਦੋਂ ਇਹ ਜਾਂਦਾ ਇਹਦੇ ਪੱਲੇ ਨਾਮ ਨਹੀਂ ਹੈ, ਬੰਦਗੀ ਨਹੀਂ ਹੈ। ਜੇ ਹੁਣ ਪੱਲੇ ਬੰਦਗੀ ਨਹੀਂ ਹੈ, ਕਹਿਣਾ ਜਿੱਦਾਂ ਜਿਹਦੇ ਕੋਲ ਧਨ ਨਹੀਂ, ਕਹਿਣਾ ਭਾਈ ਇਹ ਤਾਂ ਨੰਗਾ ਭੁੱਖਾ ਆ। ਜੇ ਦੁਨੀਆ ਦੀ ਦੌਲਤ ਨਹੀਂ ਆ, ਉਹਨੂੰ ਨੰਗਾ ਭੁੱਖਾ ਹੀ ਸਾਧਦੇ। ਕਹਿੰਦੇ ਨੰਗਾ ਭੁੱਖਾ, ਇਹਦੇ ਪੱਲੇ ਹੈ ਕੀ? ਜਿਹਦੇ ਪੱਲੇ ਨਾਮ ਨਹੀਂ ਹੈ ਉਹ ਫਿਰ ਨੰਗਾ ਹੀ ਭੁੱਖਾ ਆ, ਉਹ ਨੰਗਾ ਹੀ ਜਾਂਦਾ। ਪਹਿਲੋਂ ਉਂਝ ਨੰਗਾ ਆਇਆ, ਉਹਦਾ ਜਦੋਂ ਗਿਆ ਅਤੇ ਨਾਮ ਧਨ ਪੱਲੇ ਨਹੀਂ ਹੈ ਅਤੇ ਨੰਗਾ ਚਲਾ ਗਿਆ। ਕਹਿੰਦੇ ਨਾਂਗੇ ਆਵਨ ਨਾਂਗੇ ਜਾਨਾ, ਸੰਗ ਨਾ ਚਾਲਿਓ ਇਨ ਮੈਂ ਕਛੂ ਹੈ। ਊਠ ਸਿਧਾਇਓ ਨਾਂਗਾ। ਪੱਲੇ ਕੱਖ ਨਹੀਂ, ਇੱਦਾਂ ਉੱਠ ਕੇ ਜਾਣਾ ਪੈ ਗਿਆ। ਆ ਜੋ ਕੁਝ ਇਸਨੇ ਜੋੜਿਆ ਸੀਗਾ ਸਭ ਕੁਝ ਇੱਥੇ ਹੀ ਰਹਿ ਗਿਆ। ਚਾਹੇ ਜ਼ਮੀਨ ਬਣਾ ਲਈ, ਚਾਹੇ ਬੈਂਕਾਂ 'ਚ ਪੈਸਾ ਰੱਖ ਲਿਆ, ਚਾਹੇ ਸੋਨਾ ਬਣਾ ਕੇ ਰੱਖ ਲਿਆ ਵੀ ਸੋਨਾ ਖਰੀਦ ਲਓ, ਵੀ ਸੋਨਾ ਖਰੀਦ ਲਓ, ਚਾਹੇ ਧਰਤੀ 'ਚ ਦੱਬ ਕੇ ਰੱਖ ਲਿਆ, ਇੱਥੇ ਹੀ ਦੱਬਿਆ ਰਹਿ ਗਿਆ ਧਨ। ਇੱਥੇ ਹੀ ਕੋਈ ਵੀ ਨਾਲ ਲੈ ਕੇ ਨਹੀਂ ਜਾ ਸਕਿਆ। ਹਰ ਕੇ ਸੰਤ, ਜਿਹੜੇ ਰੱਬ ਦੇ ਸੰਤ ਨੇ। ਰੱਬ ਦੇ ਸੰਤ ਕੌਣ ਹੁੰਦੇ ਨੇ? ਜਿਹੜੇ ਉਹਨੂੰ ਯਾਦ ਕਰਦੇ ਨੇ, ਉਹਨੂੰ ਰੱਬ ਦੇ ਸੰਤ ਆਖਦੇ। ਅਤੇ ਜਿਹੜੇ ਰੱਬ ਦੀ ਗੱਲ ਨੂੰ ਮੰਨਣੇ ਵਾਲੇ ਰੱਬ ਦੇ ਸੰਤ ਹੋ ਗਏ। ਹਰ ਕੇ ਸੰਤ, ਬੰਦੇ ਦੇ ਸੰਤ ਨਹੀਂ।
ਕਿਸੇ ਬੰਦੇ ਦੇ ਸੰਤ ਨਹੀਂ। ਉਹ ਜਿਹੜੇ ਗੱਦੀ ਦਾ ਚੱਲਦਾ ਸਿਸਟਮ ਡੇਰਿਆਂ ਦੇ ਵਿੱਚ, ਉਹ ਬੰਦੇ ਦੇ ਸੰਤ ਬਣਦੇ ਨੇ। ਪਰ ਹਰ ਕੇ ਸੰਤ ਅਸਲ ਹੁੰਦੇ ਨੇ, ਹਰ ਕੇ ਸੰਤ, ਰੱਬ ਦੇ ਸੰਤ ਜਿਹੜੇ ਹੁੰਦੇ ਨੇ। ਇਹਦਾ ਮਤਲਬ ਸੰਤ ਹੈ, ਸੰਤ ਸੰਤ ਵਿੱਚ ਫਰਕ ਹੈ। ਇੱਕ ਹਰ ਕੇ ਸੰਤ ਹੁੰਦੇ ਨੇ, ਇੱਕ ਬੰਦਿਆਂ ਦੇ ਸੰਤ ਹੁੰਦੇ ਨੇ। ਹਰ ਕੇ ਸੰਤ ਜਿਨ੍ਹਾਂ ਨੂੰ ਕੇਵਲ ਤੇ ਕੇਵਲ ਹਰੀ ਦੇ ਨਾਲ ਮਤਲਬ ਹੈ, ਨਾਮ ਜਪਣ ਦੇ ਨਾਲ ਮਤਲਬ ਹੈ। ਇੱਕ ਮਾਇਆ ਦੇ ਸੰਤ, ਇੱਕ ਮਾਇਆ ਦੇ ਸੰਤ ਹੁੰਦੇ ਨੇ। ਸੋ ਉਹਨਾਂ ਨੇ ਵੱਧ ਤੋਂ ਵੱਧ ਮਾਇਆ ਨੂੰ ਇਕੱਠਾ ਕਰਨਾ ਹੁੰਦਾ। ਉਹਨਾਂ ਦੇ ਬੜਾ ਅਡੰਬਰ ਹੁੰਦਾ। ਜਿਹੜੇ ਮਾਇਆ ਵਾਲੇ ਸੰਤ ਨੇ, ਅਡੰਬਰ ਬਹੁਤ ਹੁੰਦਾ ਉਹਨਾਂ ਦਾ, ਰਾਜਾ ਮਹਾਰਾਜਾ ਵਰਗ ਉਹਨਾਂ ਦਾ ਅਡੰਬਰ ਹੁੰਦਾ। ਜਿਹੜੇ ਹਰ ਕੇ ਸੰਤ ਨੇ ਸੋ ਜ਼ਿਆਦਾ ਫਕੀਰ ਹੀ ਹੁੰਦੇ ਨੇ। ਉਹਨਾਂ ਦੇ ਪੱਲੇ ਕੇਵਲ ਨਾਮ ਹੈ, ਨਾਮ ਹੈ, ਹੋਰ ਬਾਕੀ ਅਡੰਬਰ ਉਹ ਰਚਦੇ ਹੀ ਨਹੀਂ, ਅਡੰਬਰ ਰਚਦੇ ਹੀ ਨਹੀਂ। ਉਹ ਹਰ ਕੇ ਸੰਤ ਹੁੰਦੇ ਨੇ। ਪ੍ਰਿਆ ਪ੍ਰੀਤਮ ਪ੍ਰਭ ਕੇ, ਸੋ ਰੱਬ ਦੇ ਪਿਆਰੇ ਹੁੰਦੇ ਨੇ, ਬਹੁਤ ਪਿਆਰੇ। ਦੇਖੋ ਜਿਨ੍ਹਾਂ ਨੂੰ ਰੱਬ ਪਿਆਰਾ ਲੱਗਦਾ, ਰੱਬ ਵੀ ਤਾਂ ਫਿਰ ਉਹਨਾਂ ਨੂੰ ਹੀ ਪਿਆਰਾ ਲੱਗਦਾ। ਰੱਬ ਨੂੰ ਉਹ ਚੰਗੇ ਲੱਗਣਗੇ। ਜਿਨ੍ਹਾਂ ਨੇ ਰੱਬ ਦੇ ਨਾਲ ਪਿਆਰ ਕਰਨਾ ਤੇ ਰੱਬ ਨੂੰ ਵੀ ਤਾਂ ਉਹੀ ਚੰਗੇ ਲੱਗਣੇ। ਪ੍ਰਿਆ ਪ੍ਰੀਤਮ ਪ੍ਰਭ ਕੇ, ਤਾਂ ਕੈ ਹਰ ਹਰ ਗਾਈਐ। ਹਰੀ ਦੇ ਜਿਹੜੇ ਸੰਤ ਨੇ ਉਹ ਰੱਬ ਦੇ ਨਾਲ ਪਿਆਰ ਕਰਦੇ ਨੇ। ਉਹਨਾਂ ਦਾ ਕੰਮ ਇੱਕੋ ਹੀ ਹੁੰਦਾ ਹੈ, ਉਹ ਹੈ ਰੱਬ ਨੂੰ ਧਿਆਉਣਾ, ਰੱਬ ਨੂੰ ਗਾਉਣਾ। ਉਹਨਾਂ ਦੇ ਘਰ ਵਿੱਚ ਕੇਵਲ ਹਰੀ ਦੀ ਬੰਦਗੀ ਹੀ ਚੱਲਦੀ ਹੈ, ਹੋਰ ਕੁਝ ਨਹੀਂ ਚੱਲਦਾ। ਇੱਥੇ ਮਹਾਰਾਜ ਸਾਨੂੰ ਉਪਦੇਸ਼ ਦਿੰਦੇ, ਭਾਈ ਹਰ ਕੇ ਸੰਤ ਲੱਭ ਲਓ। ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਰਾਮ ਜੋ ਦਾਤਾ ਮੁਕਤ ਕੋ, ਸੰਤ ਨਾਮ ਜਪਾਉਂਦਾ, ਪਰ ਹਰ ਕਾ ਸੰਤ ਹੋਵੇ ਅਤੇ ਉਹਦੇ ਕੋਲ ਕੇਵਲ ਅਤੇ ਕੇਵਲ ਪਰਮਾਤਮਾ ਪਰਮੇਸ਼ਰ ਦੇ ਗੁਣ ਗਾਣ ਕਰਨੇ ਵਾਲਾ ਹੀ ਧਨ ਹੁੰਦਾ। ਤਾਂ ਕਿ ਹਰ ਹਰ ਗਾਈਐ। ਨਾਨਕ ਈਹਾਂ ਸੁਖ ਆਗੈ ਮੁਖ ਉਜਲ, ਸੰਗ ਸੰਤਨ ਕੈ ਪਾਈਐ। ਜਿਹੜੇ ਰੱਬ ਦੇ ਪਿਆਰੇ, ਰੱਬ ਦੇ ਪਿਆਰਿਆਂ ਦੇ ਨਾਲ ਮਿਲ ਕੇ ਬੰਦਗੀ ਕਰਦੇ ਨੇ, ਉਹਦੇ ਗੁਣ ਗਾਉਂਦੇ ਨੇ, ਉਹਨਾਂ ਦੀ ਗੱਲ ਕਰਦੇ। ਈਹਾਂ ਸੁਖ, ਈਹਾਂ ਸੁਖ ਤੋਂ ਭਾਵ ਹੈ ਇਸ ਸੰਸਾਰ ਦੇ ਵਿੱਚ ਵਿਚਰਦੇ ਉਹਨਾਂ ਨੂੰ ਕੋਈ ਝਮੇਲਾ ਨਹੀਂ ਪੈਂਦਾ, ਮਤਲਬ ਫਸਦੇ ਹੀ ਨਹੀਂ ਝਮੇਲਿਆਂ 'ਚ, ਕਿਸੇ ਕਿਸਮ ਦੀ ਟੈਨਸ਼ਨ ਨਹੀਂ ਹੈ। ਸੋ ਇਹ ਨਹੀਂ ਉਹਨਾਂ 'ਤੇ ਸਮੱਸਿਆਵਾਂ ਨਹੀਂ ਆਉਂਦੀਆਂ, ਇਹ ਨਹੀਂ ਵੀ ਉਹਨਾਂ ਦੀ ਜ਼ਿੰਦਗੀ 'ਚ ਰੁਕਾਵਟਾਂ ਨਹੀਂ ਆਉਂਦੀਆਂ। ਬੜੀ ਔਖੀ ਘਾਟੀ ਉਹਨਾਂ ਦੀ ਜ਼ਿੰਦਗੀ ਦੀ ਘਾਟੀ ਬੜੀ ਔਖੀ ਹੁੰਦੀ ਹੈ, ਪਰ ਉਹ ਦੁੱਖ ਵਿੱਚ ਵੀ ਸੋ ਸੁੱਖ ਮਨਾਉਂਦੇ ਨੇ। ਦੁੱਖ ਵਿੱਚ ਸੂਖ ਮਨਾਈ। ਜਿਹੜਾ ਹੁਕਮ ਦੇ ਵਿੱਚ ਆ ਗਿਆ, ਭਾਣੇ ਦੇ ਵਿੱਚ ਆ ਗਿਆ, ਵੱਡੇ ਤੋਂ ਵੱਡਾ ਦੁੱਖ ਵੀ ਉਸ ਨੂੰ ਡਲਾ ਨਹੀਂ ਸਕਦਾ। ਵੱਡੀ ਤੋਂ ਵੱਡੀ ਰੁਕਾਵਟ ਉਸ ਦਾ ਰਾਹ ਨਹੀਂ ਕਦੀ ਰੋਕ ਸਕਦੇ। ਜਿੱਦਾਂ ਪਾਣੀ ਹੈ, ਪਾਣੀ ਦਾ ਰਾਹ ਪਹਾੜ ਕੀ ਰੋਕ ਲਏਗਾ। ਠੀਕ ਆ, ਪਹਾੜ ਵੀ ਬੜਾ ਵੱਡਾ ਆ, ਉੱਚਾ ਆ, ਸਖਤ ਹੈ ਕਿ ਪਾਣੀ ਦਾ ਰਾਹ ਰੋਕ ਲਊ, ਸਵਾਲ ਹੀ ਨਹੀਂ ਪੈਦਾ ਹੁੰਦਾ। ਜੇ ਪਹਾੜਾਂ ਨੇ ਪਾਣੀ ਦਾ ਰਾਹ ਰੋਕਿਆ ਹੁੰਦਾ ਤਾਂ ਕਦੀ ਸਮੁੰਦਰ ਹੋਂਦ ਵਿੱਚ ਨਾ ਆਉਂਦੇ। ਜੇ ਪਾਣੀਆਂ ਨੇ ਪਹਾੜਾਂ ਦਾ, ਜੇ ਪਾਣੀਆਂ ਦਾ ਰਾਹ ਪਹਾੜਾਂ ਨੇ ਰੋਕਿਆ ਹੋਇਆ ਹੁੰਦਾ, ਕਿਉਂਕਿ ਜਿੰਨਾ ਪਾਣੀ ਸਾਰਾ ਪਹਾੜਾਂ 'ਚੋਂ ਹੀ ਆਉਂਦਾ, ਕਿਸੇ ਪਹਾੜ ਨੇ ਪਾਣੀ ਨੂੰ ਰੋਕਿਆ ਨਹੀਂ, ਰੋਕ ਸਕਿਆ। ਰੁਕਾਵਟ ਜਿੱਡੀ ਵੱਡੀ ਮਰਜ਼ੀ ਹੋਵੇ, ਜਿਹੜੇ ਰੱਬ ਦੇ ਪਿਆਰੇ ਨੇ ਉਸ ਰੁਕਾਵਟ 'ਚੋਂ ਬੜੀ ਆਸਾਨੀ ਦੇ ਨਾਲ ਨਿਕਲ ਜਾਂਦੇ ਨੇ। ਈਹਾਂ ਸੁੱਖ, ਜਿਹੜੇ ਰੱਬ ਦੇ ਪਿਆਰੇ ਨੇ ਇੱਥੇ ਵੀ ਸੁਖੀ ਜੀਵਨ ਬਤੀਤ ਕਰਦੇ ਨੇ, ਕਿਉਂਕਿ ਨਾਮ ਦਾ ਸੁੱਖ ਬਹੁਤ ਹੈ। ਠੀਕ ਹੈ, ਦੁਨੀਆ ਦੇ ਵਿੱਚ ਦੁੱਖ ਵੀ ਬੜਾ, ਪਰ ਨਾਮ ਦੇ ਸੁੱਖ ਦੇ ਅੱਗੇ ਦੁੱਖ ਕੁਝ ਵੀ ਨਹੀਂ ਹੈਗਾ। ਆਗਾ ਮੁਖ ਉਜਲ, ਨਾਮ ਜਪਣੇ ਵਾਲੇ ਜਿਹੜੇ ਜਦੋਂ ਅੱਗੇ ਜਾਂਦੇ ਨੇ, ਦਰਗਾਹ ਵਿੱਚ ਜਾਂਦੇ, ਜਿੱਥੇ ਲੇਖਾ ਸਾਹਿਬ ਹੁੰਦਾ, ਉੱਥੇ ਉਹਨਾਂ ਨੂੰ ਸਿਰ ਨਹੀਂ ਨੀਵਾਂ ਕਰਨਾ ਪੈਂਦਾ। ਉਹਨਾਂ ਦੇ ਮੁਖ ਦਾਗੀ ਨਹੀਂ ਹੁੰਦੇ, ਕਿਉਂ ਮਾੜਾ ਕਰਮ ਹੀ ਨਹੀਂ ਕੋਈ ਕੀਤਾ। ਮਾੜਾ ਕਰਮ ਕਰਨਾ ਤਾਂ ਦਾਗੀ ਹੋਣਾ, ਮਾੜਾ ਕਰਮ ਹੀ ਨਹੀਂ ਕੋਈ ਕੀਤਾ। ਮੁਖ ਉਜਲ, ਉਜਲ ਮੁਖ ਹੁੰਦਾ। ਉਜਲ ਮੁਖ ਵਾਲਿਆਂ ਦਾ ਲੇਖਾ ਹੀ ਕੋਈ ਨਹੀਂ ਹੁੰਦਾ। ਜਿਹੜੇ ਮੂੰਹ ਉਜਲ ਲੈ ਕੇ ਜਾਣ, ਕੋਈ ਲੇਖਾ ਹੋਊਗਾ, ਉਹਨਾਂ ਦਾ ਕੋਈ ਲੇਖਾ ਨਹੀਂ ਹੁੰਦਾ। ਦੇਖਿਆ ਮੁਖ ਉਜਲ ਹੈ, ਨਾਲ ਇਹਦੇ ਕਹਿੰਦੇ ਕਾਗਜ਼ ਫਟ ਗਏ। ਆਗੈ ਮੁਖ ਉਜਲ, ਸੁਭਾਵ ਕੋਈ ਲੇਖਾ ਨਹੀਂ। ਸੰਗ ਸੰਤਨ ਕਹਿ ਪਾਈਐ, ਮੂੰਹ ਉਜਲ ਕਿੱਦਾਂ ਹੁੰਦਾ ਹੈ ਮੂੰਹ ਇੱਥੇ ਸੁੱਖ, ਦਰਗਾਹ ਵਿੱਚ ਵੀ ਸੁੱਖ, ਮੂੰਹ ਉਜਲਾ, ਇਹ ਕਿੱਦਾਂ ਦਾਤ ਕਿੱਦਾਂ ਪ੍ਰਾਪਤ ਹੁੰਦੀ ਹੈ।
ਕਹਿੰਦੇ ਜਿਹੜੇ ਹਰ ਕੇ ਸੰਤ ਨੇ, ਰੱਬ ਦੇ ਪਿਆਰੇ ਨੇ, ਉਹਨਾਂ ਦੇ ਨਾਲ ਸੰਗਤ ਕਰਕੇ ਹੀ ਇਹ ਦਾਤ ਪ੍ਰਾਪਤ ਕੀਤੀ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਪਾਰ ਮਿਹਰ ਕਿਰਪਾ ਕੀਤੀ ਹੈ। ਸੋ ਇਸ ਪਾਵਨ ਸ਼ਬਦ ਦੀ ਸੋਝੀ ਸਾਨੂੰ ਬਖਸ਼ੀ ਹੈ। ਗੁਰੂ ਕਿਰਪਾ ਕਰੇ ਇਹ ਪਾਵਨ ਸ਼ਬਦ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਅਤੇ ਸਾਧ ਸੰਗਤ ਜੀ, ਅੱਜ ਸੋ ਮਾਤਾ ਖੀਵੀ ਸੇਵਕ ਜਥਾ ਬੀਬੀਆਂ ਦਾ ਗੁਰਦੁਆਰਾ ਸਿੰਘ ਸਭਾ ਰੈਂਟਨ, ਤਿਨਾਂ ਵੱਲੋਂ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣੇ ਨੇ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸੋ ਸਾਰੀਆਂ ਸੰਗਤਾਂ ਨੇ ਸਾਥ ਦੇਣਾ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਤਿੰਨੇ ਦਿਨ ਲੰਗਰਾਂ ਦੀ ਸੇਵਾ ਚੱਲਣੀ ਹੈ। ਜੋ ਜੋ ਵੀ ਕੋਈ ਸੇਵਾ ਕਰ ਸਕਦਾ ਹੈ ਅਤੇ ਭਾਈ ਸਾਰਿਆਂ ਨੇ ਇਸ ਸੇਵਾ ਦੇ ਵਿੱਚ ਹਿੱਸਾ ਪਾਉਣਾ। ਗੁਰੂ ਕਿਰਪਾ ਕਰੇ। ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਛੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਖੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹਾਂ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਅੰਗੀਕਾਰੁ ਕਰੇ ਤੇਰਾ ਕਾਰ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ। ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇਂ। ਸਦਾ ਸ਼ਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ। ਸਾਚ ਨਾਮਦਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨੈ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋਂ, ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ। ਕਾਲਾ ਜਿਤ ਕਰਤਾਰੀਆ, ਪੰਚ ਦੂਤ ਤਦ ਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ। ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਬੜ ਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬੇਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬੇਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ। ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਤੁਮਰਾ ਅੰਤ ਉਚੇ ਤੇ ਉੱਚਾ ਭਗਵੰਤ। ਸੂਤਰ ਧਾਰੀ ਤੁਮ ਤੇ ਹੋਏ, ਕਤ ਮਿਤ ਤੁਮੀ ਜਾਣੀ। ਕੁਰਬਾਨੀ। ਵਾਹਿਗੁਰੂ। ਵਾਹਿਗੁਰੂ।
ਵਾਹਿਗੁਰੂ। ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਵੀ ਚਲਾਇਓ ਪੰਥ ਗੁਰੂ ਮਾਨਿਓ ਗ੍ਰੰਥ। ਪ੍ਰਗਟ ਗੁਰਾਂ ਕੀ ਦੇ ਖੋਜ ਸ਼ਬਦ ਮੈਲੇ। ਆਕੀ ਰਹੇ ਨਾ ਕੋਏ ਬਚੇ ਸ਼ਰਨ ਜੋ ਹੋਏ। ਚੜੇ ਸੋ ਤਰੇ ਪਾਰ ਗੁਰ ਪਾਰ ਉਤਾਰਨਹਾਰ। ਕਲਗੀ ਸੋ ਹੈ ਸੀਸ ਗੁਰ ਕਲਗੀ ਧਰ ਜਗਦੀਸ਼। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ ਜੀ। ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਨਹਾਰ ਦਿਆਲਾ। ਨਾਨਕ ਕਰਕੇ ਬੋਲੇ ਸੋ ਕਹੋ ਟਲ ਗੁਰ ਸੇਵੀਆ। ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕਾ। ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ। ਨੂਰ ਅਰਸੋਂ ਕੁਰਸੋਂ ਚਟਿਆ। ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ। ਜੈਤ ਸਰੀ ਮਹੱਲਾ ਪੰਜਵਾ। ਕੋਈ ਜਾਨ ਹਰਸ਼ੋਂ ਦੇਵੈ ਜੋਰ। ਚਰਨ ਗਹਉ ਬਕਉ ਸੁਭ ਰਸਨਾ। ਦੀਜਹਿ ਪ੍ਰਾਨ ਅਕੋਰ। ਕੋਈ ਜਾਨ ਹਰਸ਼ੋਂ ਦੇਵੈ ਜੋਰ। ਚਰਨ ਗਹਉ ਬਕਉ ਸੁਭ ਰਸਨਾ। ਦੀਜਹਿ ਪ੍ਰਾਨ ਅਕੋਰ। ਰਹਾਉ। ਮਨ ਤਨ ਨਿਰਮਲ ਕਰਤ ਕਿਆਰੋ। ਹਰ ਸਿੰਚੈ ਸੁਧਾ ਸੰਜੋਰ। ਇਆ ਰਸ ਮੈਂ ਮਗਨ ਹੋਤ ਕਿਰਪਾ ਤੇ। ਮਹਾ ਬਿਖਿਆਤੇ ਤੋਰ। ਆਇਓ ਸ਼ਰਨ ਦੀਨ ਦੁਖ ਭੰਜਨ। ਚਿਤਵਾ ਤੁਮਰੀ ਓਰ। ਅਭੈ ਪਦ ਦਾਨ ਸਿਮਰਨ ਸੁਆਮੀ ਕੋ। ਪ੍ਰਭ ਨਾਨਕ ਬੰਦਨ ਛੋਰ। ਆਇਓ ਸ਼ਰਨ ਦੀਨ ਦੁਖ ਭੰਜਨ। ਚਿਤਵਾ ਤੁਮਰੀ ਓਰ। ਅਭੈ ਪਦ ਦਾਨ ਸਿਮਰਨ ਸੁਆਮੀ ਕੋ। ਪ੍ਰਭ ਨਾਨਕ ਬੰਦਨ ਛੋਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ